ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਚਰਚਾ ਦਾ ਵਿਸ਼ਾ। ਮੈਂ ਹਾਂ ਨਰਿੰਦਰ ਸਿੰਘ ਕਲੇਰ। ਪੰਜਾਬ ਦੇ ਵਿੱਚ ਨਵੀਂ ਸਰਕਾਰ ਬਣ ਗਈ ਹੈ। ਸਰਕਾਰ ਬਣਨ ਦੇ ਨਾਲ ਹੀ ਲੋਕਾਂ ਨੂੰ ਬੜੀਆਂ ਉਮੀਦਾਂ ਜਾਗ ਪਈਆਂ ਨੇ। ਕੱਚੇ ਮੁਲਾਜ਼ਮ ਹੋਣ ਜਾਂ ਫਿਰ ਉਹ ਬੇਰੁਜ਼ਗਾਰ ਨੌਜਵਾਨ ਹੋਣ ਜਾਂ ਉਹ ਸਿਹਤ ਮਹਿਕਮੇ ਤੋਂ ਲੈ ਕੇ ਬਾਕੀ ਮਹਿਕਮਿਆਂ ਦੀ ਗੱਲ ਹੋਵੇ, ਕਿਉਂਕਿ ਨਵੀਂ ਕੈਬਨਿਟ ਦਾ ਵੀ ਵਿਸਥਾਰ ਹੋ ਗਿਆ ਹੈ। ਪਰ ਇਸ ਸਭ ਦੇ ਵਿੱਚ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ। ਕੀ ਗੱਲਬਾਤ ਕੀਤੀ, ਮੇਰੇ ਨਾਲ ਮੌਜੂਦ ਨੇ ਐਸਐਮਜ਼ੈਡ ਦੇ ਐਡੀਟਰ ਐਂਡ ਚੀਫ ਬੀਕੇ ਬਵੇਜਾ ਜੀ। ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਆ। ਸਵਾਗਤ ਹੈ ਸਰ। ਨਮਸਕਾਰ ਜੀ। ਨਮਸਕਾਰ। ਨਰਿੰਦਰ ਮੋਦੀ ਸਾਹਿਬ ਨੂੰ ਮਿਲੇ ਅੱਜ ਭਗਵੰਤ ਸਿੰਘ ਮਾਨ, ਬਿਲਕੁਲ, ਤੇ ਨਾਲ ਦੀ ਨਾਲ ਹੀ ਰਵਾਇਤੀ ਪਾਰਟੀਆਂ ਜਿਹੜੀਆਂ ਵਾ ਉਹ ਵਾਰ-ਵਾਰ ਐਲੀਗੇਸ਼ਨ ਲਾ ਰਹੀਆਂ ਨਵੀਂ ਪਾਰਟੀ ਤੇ। ਪਹਿਲਾਂ ਤੁਸੀਂ ਇਹ ਦੱਸੋ ਵੀ ਕੀ ਮਿਲ ਕੇ ਕੀ ਗੱਲਬਾਤ ਹੋਈ ਮੋਦੀ ਸਾਹਿਬ ਦੇ ਨਾਲ, ਤੇ ਕੀ ਮੁੱਦੇ ਜਿਹੜੇ ਅਹਿਮ ਤੁਹਾਨੂੰ ਲੱਗਦੇ ਸੀ ਕਿ ਕਰਨੇ ਚਾਹੀਦੇ ਸੀ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਗ੍ਰੇਡ ਸਾਹਿਬ, ਇੱਕ ਨੋਰਮਲ ਜਿਹਾ ਜੋ ਨਵਾਂ ਜਦੋਂ ਚੀਫ ਮਿਨਿਸਟਰ ਬਣਦਾ ਜੀ ਉਹ ਜਸਟ ਇੱਕ ਨੋਰਮਲ ਜੀ ਜਿਹੜੀ ਮੀਟਿੰਗ ਹੁੰਦੀ ਹੈ ਨਾ, ਪਹਿਲਾਂ ਜਿਵੇਂ ਪਹਿਲੀ ਮੀਟਿੰਗ ਕੋਈ ਹਾਂ ਵੀ ਮੁਲਾਕਾਤ ਕਰਕੇ ਆਈਏ, ਦੇਖੀਏ ਕਿ ਹਾਂ ਪ੍ਰਧਾਨ ਮੰਤਰੀ ਦਾ ਕਿਵੇਂ ਸਾਡੇ ਪੰਜਾਬ ਨਾਲ ਵਤੀਰਾ ਕਿੱਦਾਂ ਹੈ। ਠੀਕ ਹੈ, ਉਹ ਇੱਕ ਸੁਭਾਵਿਕ ਜੀ ਮੀਟਿੰਗ ਸੀਗੀ ਜੋ ਕਿ ਇੱਕ ਨੋਰਮਲ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਜਿਵੇਂ ਜਿਹੜਾ ਵੀ ਚੀਫ ਮਿਨਿਸਟਰ ਬਣਦਾ ਉਹ ਹੁੰਦਾ ਹੀ ਹੈ। ਠੀਕ ਹੈ, ਮੁਲਾਕਾਤ ਹੋਈ ਬਹੁਤ ਅੱਛੇ ਤਰੀਕੇ ਨਾਲ, ਵਧੀਆ। ਪ੍ਰਧਾਨ ਮੰਤਰੀ ਨੇ ਬੜਾ ਵਧੀਆ ਸਵਾਗਤ ਕੀਤਾ, ਉਹਨਾਂ ਨੂੰ ਵਧਾਈ ਦਿੱਤੀ, ਵਧਾਈ ਦਾ ਪਾਤਰ ਬਣਾਇਆ ਔਰ ਬਹੁਤ ਉਹਨਾਂ ਨੇ ਉਹਨੂੰ ਸ਼ਾਬਾਸ਼ੀ ਵੀ ਦਿੱਤੀ ਇਸ ਗੱਲ ਦੀ ਕਿ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੋਣ। ਨਾਲ ਦੀ ਨਾਲ ਜਿਸ ਹਿਸਾਬ ਨਾਲ ਲੋਕਾਂ ਨੂੰ ਉਮੀਦਾਂ ਸੀਗੀਆਂ ਕਿ ਕੋਈ ਇਸ ਤਰ੍ਹਾਂ ਦਾ ਮੁੱਦਾ ਰੱਖਣਗੇ ਜਾਂ ਕੋਈ ਮੰਨ ਲਓ ਜਿਵੇਂ ਸਿਕਿਉਰਿਟੀ ਨੂੰ ਲੈ ਕੇ ਪਿਛਲੇ ਦਿਨੀ ਜਿਹੜਾ ਕੇਂਦਰੀ ਸਰਕਾਰ ਨੇ ਜਿਹੜਾ ਸਿਕਿਉਰਿਟੀ ਦਾ ਮੁੱਦਾ ਬਾਰਡਰ ਦੇ ਉੱਤੇ ਆਪਾਂ ਏਰੀਆ ਵਧਾਤਾ ਸੀਗਾ, ਉਸ ਏਰੀਏ ਨੂੰ ਦੇਖਦੇ ਹੋਏ ਵੀ ਸ਼ਾਇਦ ਕੋਈ ਇਹੋ ਜਿਹੇ ਮੁੱਦਿਆਂ ਤੇ ਡਿਸਕਸ਼ਨ ਹੋਊਗੀ ਜਾਂ ਕਿਸਾਨੀ ਮੁੱਦੇ ਦੇ ਉੱਤੇ ਕੋਈ ਇਹੋ ਜਿਹੀ ਡਿਸਕਸ਼ਨ ਕਰਨਗੇ, ਕਿਉਂਕਿ ਕਿਸਾਨਾਂ ਨਾਲ ਬੜਾ ਨੇੜਤਾ ਹੈ, ਬੜੀ ਮੋਹ ਹੈ ਭਗਵੰਤ ਮਾਨ ਜੀ ਦਾ, ਕਿਉਂਕਿ ਕਿਸਾਨਾਂ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਔਰ ਇਹਨਾਂ ਨੇ ਵੀ ਉਹਨਾਂ ਦੀ ਬਹੁਤ ਕੀਤੀ। ਔਰ ਇਹ ਵੀ ਉਮੀਦ ਕੀਤੀ ਜਾਂਦੀ ਵੀ ਜਿਵੇਂ ਕਿਸਾਨਾਂ ਨੇ ਹਜੇ ਪੈਂਡਿੰਗ ਜਿਹੜੀ ਉਹਨਾਂ ਦੀ ਕੰਡੀਸ਼ਨਸ ਹੈਗੀਆਂ ਕਈ, ਕੋਈ ਐਮਐਸਪੀ ਦੇ ਉੱਤੇ ਜਾਂ ਕੋਈ ਨਾ ਕੋਈ ਇਸ ਤਰ੍ਹਾਂ ਦੀ ਪੰਜਾਬ ਦੀ ਕਿਸਾਨੀ ਦੇ ਉੱਤੇ ਗੱਲ ਕੀਤੀ ਜਾਊਗੀ, ਪਰ ਕੋਈ ਇਹੋ ਜਿਹੀ ਗੱਲ ਹੋਈ ਨਹੀਂ। ਠੀਕ ਹੈ, ਫਿਲਹਾਲ ਸਿਰਫ ਇੱਕ ਇਹੀ ਹੈ ਕਿ ਨਾਰਮਲ ਜੀ ਮੀਟਿੰਗ ਉਹਨਾਂ ਨੇ ਕੀਤੀ ਹੈ ਵੀ ਸ਼ਾਇਦ ਸੈਕੰਡ ਟਾਈਮ ਜਦੋਂ ਕੋਈ ਮੀਟਿੰਗ ਹੋਵੇ ਉਹ ਜ਼ਿਆਦਾ ਭੜੀਆ ਹੁੰਗਾਰੇ ਵਾਲੀ ਹੋਏਗੀ। ਠੀਕ ਹੈ, ਪਰ ਨਾਲ ਦੀ ਨਾਲ ਦੇਖਿਆ ਗਿਆ ਹੈ ਕਿ ਨਵੀਂ ਸਰਕਾਰ ਬਣ ਗਈ ਹੈ ਤੇ ਨਵੀਂ ਸਰਕਾਰ ਦੇ ਹਜੇ ਕਹਿੰਦੇ 2 ਦਿਨ ਵੀ ਨਹੀਂ ਹੋਏ। ਰਵਾਇਤੀ ਪਾਰਟੀਆਂ, ਭਲਾ ਦੀ ਸ਼੍ਰੋਮਣੀ ਅਕਾਲੀ ਦਲ ਹੋਵੇ, ਭਾਜਪਾ ਹੋਵੇ, ਕਾਂਗਰਸ ਹੋਵੇ, ਕਾਂਗਰਸ ਅੱਜ ਲੋਕਾਂ ਨੂੰ ਐਂ ਲੱਗਦਾ ਕਿ ਸਾਡੀ ਪਾਰਟੀ ਹੈ, ਕਿਉਂਕਿ ਉਹਨਾਂ ਨੂੰ ਹਜੇ ਤੱਕ ਯਕੀਨ ਜਿਹਾ ਨਹੀਂ ਹੋ ਰਿਹਾ। ਪਰ ਉਸ ਟਾਈਮ ਦੇ ਜਿਹੜੇ ਮੰਤਰੀ ਸਾਹਿਬਾਨ ਸੀਗੇ, ਐਮਐਲਏ ਸਾਹਿਬਾਨ ਸੀਗੇ, ਉਹ ਨਾਲ ਦੀ ਨਾਲ ਐਲੀਗੇਸ਼ਨ ਲਾਉਣ ਲੱਗ ਪਏ ਨੇ ਕਿ ਆਮ ਆਦਮੀ ਪਾਰਟੀ ਨੇ ਧੋਖਾ ਕਰਤਾ, ਧੋਖੇ ਦੇ ਨਾਲ ਸਰਕਾਰ ਬਣਾਤੀ, ਆਮ ਲੋਕਾਂ ਨੂੰ ਮੂਰਖ ਬਣਾਤਾ, ਇਹਨਾਂ ਨੇ ਝੂਠੇ ਵਾਅਦੇ ਕੀਤੇ ਆ, ਇਹ ਵਾਅਦੇ ਪੂਰੇ ਨਹੀਂ ਹੋਣੇ। ਕੀ ਮੰਨਦੇ ਹੋ ਕਿ ਸਮਾਂ ਥੋੜਾ ਨਹੀਂ ਹਜੇ ਐਲੀਗੇਸ਼ਨ ਲਾਉਣ ਨੂੰ? ਦੇਖੋ, ਗੱਲ ਇਹ ਹੈ ਕਲੇਰ ਸਾਹਿਬ, ਸਭ ਤੋਂ ਪਹਿਲਾਂ ਜਿਹੜੀਆਂ ਰਵਾਇਤੀ ਪਾਰਟੀਆਂ ਇਹੋ ਜਿਹਾ ਦੋਸ਼ ਲਾ ਰਹੀਆਂ, ਪਹਿਲਾਂ ਆਪਣੇ ਵੱਲ ਤੱਕ ਕੇ ਦੇਖਣ, ਆਪਣੇ ਵੱਲ ਝਾਕ ਕੇ ਦੇਖਣ ਕਿ ਕਿੰਨਾ ਖੁੱਲਾ ਸਮਾਂ ਦਿੱਤਾ ਆਪਾਂ। ਲਾਸਟ 5 ਸਾਲ ਦੀ ਲੋਕੀ ਗੱਲ ਕਰਦੇ ਵੀ ਪਿਛਲੇ 5 ਸਾਲ ਉਹਨਾਂ ਨੇ ਕੀ ਕੀਤਾ। ਮੈਂ ਕਹਿੰਦਾ 20 ਸਾਲ ਰਾਜ ਕੀਤਾ, ਚਾਹੇ ਉਹ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ, 25 ਸਾਲ ਰਾਜ ਕਰਕੇ 5 ਵਾਰ ਮੁੱਖ ਮੰਤਰੀ ਬਣੇ। ਉਧਰੋਂ ਕੈਪਟਨ ਅਮਰਿੰਦਰ ਸਿੰਘ ਜੀ 2 ਵਾਰ ਬਣੇ, ਹੋਰ ਪੰਜਾਬ ਕਾਂਗਰਸ ਦੇ 4 ਉਮੀਦ 5 ਮੁੱਖ ਮੰਤਰੀ ਹੋਰ ਵੀ ਆਏ, ਵਾਰੀ ਹਰ ਇੱਕ ਨੂੰ ਮੌਕਾ ਮਿਲਿਆ। ਆਪਣੇ ਟਾਈਮ ਦੇ ਉੱਤੇ ਜਿਹੜੇ ਉਹਨਾਂ ਨੇ ਕੰਮ ਕੀਤੇ, ਚਾਹੇ ਉਹ ਅਕਾਲੀ ਦਲ ਦੀ ਪਾਰਟੀ ਰਹੀ ਤੇ ਚਾਹੇ ਕਾਂਗਰਸ ਦੀ, ਚਾਹੇ ਗੁਟਕਾ ਸਾਹਿਬ ਦੀਆਂ ਸੋਹਾਂ ਚੱਕੀਆਂ ਤੇ ਚਾਹੇ ਕੋਈ ਹੋਰ ਕੰਮ ਇਹਨਾਂ ਨੇ ਕੀਤੇ, ਇੰਨੀਆਂ ਝੂਠ ਸੱਚ ਬੋਲੇ। ਕੋਈ ਕਹਿੰਦਾ ਸੀ ਮੈਂ ਨਿਊਯਾਰਕ ਬਣਾ ਦੂੰ, ਅਮਰੀਕਾ ਬਣਾ ਦੂੰ, ਮੈਂ ਇੱਥੇ ਪਾਣੀ ਵਾਲੀਆਂ ਗੱਡੀਆਂ ਚਲਾ ਦੂੰ। ਹਜੇ ਤਾਂ ਜੁੰਮਾ ਪੰਜਾਬੀ 'ਚ ਕਹੀਏ ਤਾਂ ਹਜੇ 7 ਦਿਨ ਵੀ ਨਹੀਂ ਹੋਏ। ਜਿਵੇਂ ਜੁੰਮਾ ਦੀ ਗੱਲ ਬਣੀ ਹੋਈ ਆ, 7 ਦਿਨ ਵੀ ਨਹੀਂ ਹੋਏ। ਜਿਵੇਂ ਮੰਨ ਲਓ ਇੱਕ ਸਹੁੰ ਚੁੱਕ ਸਮਾਗਮ ਹੋਇਆ, ਭਗਵੰਤ ਮਾਨ ਜੀ ਸੀਐਮ ਬਣੇ, ਹਜੇ ਮੰਤਰੀਆਂ ਨੇ 18 ਤਰੀਕ ਨੂੰ ਪਰਸੋਂ ਹਜੇ ਜਾ ਕੇ ਉਹਨਾਂ ਨੇ ਸਹੁੰ ਚੁੱਕੀ ਆ, ਉਹਨਾਂ ਨੂੰ ਲਾਣੇ ਗਏ ਉਹਨਾਂ ਦੇ ਡਿਪਾਰਟਮੈਂਟ ਪਰ ਆਪਣਾ ਪੋਰਟਫੋਲੀਓ। ਇਹ ਜਿਹੜੀ ਸਾਰੀ ਚੀਜ਼ ਹੈ, ਇਹ ਦੇਖੋ ਇਹ ਜਿਹੜੀਆਂ ਗੱਲਾਂ ਕਰਦੇ ਪਏ ਆ ਜਿਹੜੇ ਰਵਾਇਤੀ ਪਾਰਟੀਆਂ ਵਾਲੇ, ਇਹਨਾਂ ਨੂੰ ਆਪਣਾ ਟਾਈਮ ਯਾਦ ਕਰਨਾ ਚਾਹੀਦਾ। ਔਰ ਇਹ ਬੜਾ ਕਲੀਅਰ ਸਭ ਥੋੜਾ ਸਮਾਂ ਹਜੇ ਦੇਖੋ 7-10 ਦਿਨਾਂ ਦੇ ਵਿੱਚ, 8 ਦਿਨਾਂ ਦੇ ਵਿੱਚ ਆਪਾਂ ਅੱਗੇ ਵੀ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ, ਕੰਮ ਕਰਨੇ ਪੈਣਗੇ। ਕੰਮ ਤੋਂ ਬਗੈਰ ਕੋਈ ਗਤੀ ਨਹੀਂ ਹੋਣੀ। ਲੋਕਾਂ ਨੇ ਜਿਹੜੀ ਬਦਲਾਵ ਦੀ ਰਾਜਨੀਤੀ ਇਹਨਾਂ ਨੂੰ ਦਿੱਤੀ ਹੈ ਔਰ ਜਿਹੜਾ ਸੀਐਮ ਦਾ ਚਿਹਰੇ ਭਗਵੰਤ ਮਾਨ ਜੀ ਨੂੰ ਬਣਾਇਆ, ਔਰ ਆਮ ਆਦਮੀ ਪਾਰਟੀ ਨੂੰ ਇਹਨਾਂ ਨੇ ਬਾਰ-ਬਾਰ ਝੋਲੀ ਅੱਡ ਕੇ ਮੌਕੇ ਮੰਗੇ। ਇੱਕ ਮੌਕਾ ਕੇਜਰੀਵਾਲ ਨੂੰ, ਇੱਕ ਮੌਕਾ ਭਗਵੰਤ ਮਾਨ ਨੂੰ, ਔਰ ਲੋਕਾਂ ਨੇ ਇੱਕ ਮੌਕਾ ਹੀ ਦੇਣਾ ਹੈ। ਹੁਣ ਇਹਨਾਂ ਨੂੰ ਆਪਣਾ ਇਹ ਮੌਕਾ ਚੰਗਾ ਕਰਕੇ ਦਿਖਾਉਣ ਦੀ ਲੋੜ ਹੈ। ਉਹ ਹੋ ਸਕਦਾ ਇਹ ਮੌਕਾ ਇਹਨਾਂ ਨੂੰ ਬਾਰ-ਬਾਰ ਮਿਲਦਾ ਰਹੇ। ਫਿਰ
ਇਹ ਜਿਹੜੇ ਪਹਿਲੇ ਜਿਹੜੇ 2-4 ਮਹੀਨੇ ਆ 6 ਮਹੀਨੇ ਆ ਇਹ ਬਹੁਤ ਹੀ ਵਧੀਆ ਔਰ ਸਟਰੋਂਗ ਮਹੀਨੇ ਆ ਜਿਹਦੇ ਵਿੱਚ ਇਹਨਾਂ ਨੇ ਜਿਹੜੇ ਲੋਕਾਂ ਨੇ ਗੱਲ ਕੀਤੀ ਵੀ ਭਾਈ ਅਸੀਂ ਕੋਈ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਲਾਰਾ ਲੱਪਾ ਨਹੀਂ, ਕੋਈ ਤੁਹਾਡੀ ਅਸੀਂ ਕੰਪਲੇਂਟ ਇਹ ਉਹ ਨਹੀਂ ਸੁਣੀ, ਅਸੀਂ ਤੁਹਾਨੂੰ ਗਰੰਟਡ ਜਿਹਨੂੰ ਕਹਿੰਦੇ ਗਰੰਟੀਆਂ ਦਿੱਤੀਆਂ, ਗਰੰਟੀਆਂ ਉਹ ਗਰੰਟੀਆਂ ਜਿਹੜੀਆਂ ਤੁਸੀਂ ਕਮਿਟਮੈਂਟ ਕੀਤੀਆਂ ਆਮ ਆਦਮੀ ਪਾਰਟੀ ਦੇ ਬੰਦਿਆਂ ਨੇ ਔਰ ਕੇਜਰੀਵਾਲ ਨੇ ਭਗਵੰਤ ਮਾਨ ਨੇ ਉਹ ਹੁਣ ਪੂਰੀਆਂ ਕਰਨ ਦਾ ਟਾਈਮ ਸ਼ੁਰੂ ਹੋ ਗਿਆ ਤੁਹਾਡਾ। ਜਿਵੇਂ ਜਿਵੇਂ ਦੇਖੋ ਟਾਈਮ ਆਏਗਾ ਕਲੇਰ ਸਾਹਿਬ ਉਵੇਂ ਪੂਰੀਆਂ ਹੋਣਗੀਆਂ। ਮੈਂ ਜਿੰਨੇ ਵੀ ਮੰਤਰਾਲੇ ਸਾਰੇ ਮੰਤਰੀਆਂ ਨੇ ਸੰਭਾਲੇ ਆ ਆਪਣਾ ਆਪਣਾ ਕੰਮ ਬੜੇ ਤਹਿਦੀਲੀ ਨਾਲ ਵਧੀਆ ਤਰੀਕੇ ਨਾਲ ਉਹਨਾਂ ਨੇ ਕਰਨਾ ਸ਼ੁਰੂ ਕਰਤਾ ਔਰ ਉਹਨਾਂ ਨੇ ਸਾਰਿਆਂ ਨੇ ਆਪਣੀ ਆਪਣੀ ਸਟੇਟਮੈਂਟਾਂ ਵੀ ਦੇਣੀਆਂ ਸ਼ੁਰੂ ਕਰ ਦਿੱਤੀਆਂ। ਠੀਕ ਹੈ, ਇਹ ਜਿਹੜੀਆਂ ਸਟੇਟਮੈਂਟਾਂ ਦੇਖੋ ਕੰਮ ਤਾਂ ਇਹਨਾਂ ਨੂੰ ਕਰਨੇ ਪੈਣੇ ਹੀ ਨੇ ਔਰ ਨੋ ਡਾਊਟ ਕਿ ਰਵਾਇਤੀ ਪਾਰਟੀਆਂ ਨੇ ਵੀ ਜਿਹੜਾ ਮੇਰਾ ਖਿਆਲ ਹੈ ਕਿ ਬਹੁਤ ਜਲਦ ਟਾਈਮ ਹੈ ਉਹ ਜਲਦਬਾਜ਼ੀ ਕਰ ਰਹੇ ਨੇ ਔਰ ਆਪਣੇ ਆਪ ਨੂੰ ਦਿਖਾ ਰਹੇ ਨੇ ਕਿ ਸ਼ਾਇਦ ਹਜੇ ਜਿਵੇਂ ਗੱਲ ਮੇਨ ਜਿਹੜੀ ਤੁਸੀਂ ਜਿਹੜਾ ਕੁਐਸਚਨ ਕਿਹਾ ਬਹੁਤ ਵਧੀਆ ਉਹ ਇਹ ਹੈ ਵੀ ਹਜੇ ਉਹਨਾਂ ਨੂੰ ਯਕੀਨ ਹੀ ਨਹੀਂ ਹੋ ਪਾ ਰਿਹਾ ਕਿ ਲੈ ਵੀ ਇਹ ਵਾਕਈ ਸਾਡੀ ਮਤਲਬ ਹੱਥੋਂ ਨਿਕਲ ਗਈ ਵੀ ਹੁਣ ਤੁਹਾਨੂੰ ਦੁਬਾਰਾ ਮਿਲਣੀ ਹੈ ਕਿ ਨਹੀਂ ਮਿਲਣੀ। ਕਿਉਂਕਿ ਜਿਵੇਂ ਉਹ ਚਰਨਜੀਤ ਸਿੰਘ ਚੰਨੀ ਬਣੇ ਸੀ ਉਹ ਨਵੀਂ ਪਾਰਟੀ ਐ ਫੀਲ ਕਰਦੇ ਸੀ ਆਪਣੇ ਆਪ ਨੂੰ। ਦੇਖੋ ਗੱਲ ਇਹ ਹੈ ਚਾਹੇ ਕਾਂਗਰਸ ਹੋ ਗਈ ਚਾਹੇ ਅਕਾਲੀ ਦਲ ਹੋ ਗਏ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਦਾ ਵੀ ਸਿੱਕਾ ਜਮਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਭਾਈ ਉਛਾਲ ਕੇ ਦੇਖਦੇ ਆ ਸਿੱਕਾ, ਜਿਵੇਂ ਸਿੱਕਾ ਚਰਨਜੀਤ ਜੀ ਉਛਾਲਦੇ ਸੀਗੇ ਚੰਨੀ ਸਾਹਿਬ ਆਪਣੇ ਕਈ ਇਹੋ ਜਿਹੇ ਡਿਸੀਜਨ ਕਹਿੰਦੇ ਆ ਸੁਣਿਆ ਬਦਲੀਆਂ ਦੇ ਡਿਸੀਜਨ ਜਾਂ ਕਹਿ ਲਓ ਸਿੱਕਾ ਛਾਲ ਕੇ ਕਰਦੇ ਸੀ ਤੇ ਉਹਨਾਂ ਨੇ ਸਿੱਕਾ ਛਾਲਿਆ ਸੀ ਵੀ ਸ਼ਾਇਦ ਦਲਿਤ ਚਿਹਰਾ ਲੈ ਕੇ ਆਈਏ ਔਰ ਜਿਹੜੀ ਇਹ SCBC ਦੀ ਵੋਟ ਹੈ ਵੋਟ ਬੈਂਕ ਹੈ ਉਹ ਤਾਂ ਬੜਾ ਪਰਮਾ ਹੁੰਗਾਰਾ ਮਿਲੂਗਾ। ਪਰ ਮੈਨੂੰ ਲੱਗਦਾ ਸਾਰੇ ਜਿਹੜੇ ਸਿੱਕੇ ਸੁੱਕੇ ਛਾਲਣ ਵਾਲੇ ਕੰਮ ਸੀਗੇ ਉਹ ਫੇਲ ਹੋ ਗਏ ਜੀ। ਹੁਣ ਜਿਹੜੇ ਕੰਮ ਹੈਗੇ ਉਹ ਜਿਹੜਾ ਮੈਂਡੇਟ ਦੇਖੋ ਮੈਂ ਅੱਜ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਹਾਈ ਕਮਾਂਡ ਹੈਗੇ ਆ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਵਾਂ ਕਿ ਤੁਹਾਨੂੰ ਵੋਟ ਨਹੀਂ ਪਈ, ਤੁਹਾਡਾ ਮੈਂਡੇਟ ਲੋਕਾਂ ਨੇ ਤੁਹਾਨੂੰ ਇਸ ਤਰ੍ਹਾਂ ਦਾ ਵੋਟ ਨਹੀਂ ਪਾਇਆ ਗਰੰਟੀਆਂ ਨੂੰ ਦੇਖ ਕੇ, ਤੁਹਾਨੂੰ ਵੋਟ ਪਾਇਆ ਉਹਨਾਂ ਨੇ ਬਦਲਾਅ ਨੂੰ ਦੇਖ ਕੇ। ਉਹਨਾਂ ਕੋਲ ਕੋਈ ਹੋਰ ਮੌਕਾ ਨਹੀਂ ਸੀ ਕਿਉਂਕਿ ਉਹ ਦੋਨਾਂ ਪਾਸਿਆਂ ਦੀ ਸਰਕਾਰਾਂ ਨੂੰ 20-25 ਸਾਲ ਦੇਖ ਚੁੱਕੇ ਸੀ, ਤੰਗ ਆ ਚੁੱਕੇ ਸੀ, ਦੁਖੀ। ਹੋਰ ਉਹਨਾਂ ਕੋਲ ਕੋਈ ਵੀ ਸਾਹਮਣੇ ਕੋਈ ਹੋਰ ਦੂਜੀ ਤੋਂ ਇਲਾਵਾ ਤੀਜੀ ਪਾਰਟੀ ਤੁਹਾਡੇ ਤੋਂ ਇਲਾਵਾ ਕੋਈ ਉਹਨੂੰ ਨਜ਼ਰ ਨਹੀਂ ਆ ਰਿਹਾ ਸੀ। ਇਹ ਜਿਹੜਾ ਰੱਬ ਵੱਲੋਂ ਕੁਦਰਤ ਵੱਲੋਂ ਲੋਕਾਂ ਵੱਲੋਂ ਤੁਹਾਨੂੰ ਜੋ ਮੈਂਡੇਟ ਮਿਲਿਆ ਇਹ ਮੌਕਾ ਬਾਰ-ਬਾਰ ਤਾਂ ਹੀ ਮਿਲ ਸਕਦਾ ਹੈ ਜੇ ਤੁਸੀਂ ਆਪਣੀਆਂ ਗਰੰਟੀਆਂ ਜਿਹੜੀਆਂ ਕਮਿਟਮੈਂਟ ਕੀਤੀਆਂ ਉਹਦੇ ਉੱਤੇ ਸਹੀ ਉਤਰੋਗੇ। ਬੜੇ ਖਾਸ ਵਿਸ਼ੇ ਰਹਿਣਗੇ ਭਲਾ ਦੀ ਭਗਵੰਤ ਸਿੰਘ ਮਾਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਗੱਲ ਹੋਵੇ, ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਹੋਵੇ, ਪਰ ਨਾ ਜਿਹੜੀ ਨਵੀਂ ਵਿਸਥਾਰ ਹੋਇਆ ਕੈਬਨਿਟ ਦਾ ਤੁਸੀਂ ਹਰੇਕ ਮਹਿਕਮੇ ਬਾਰੇ ਬੜੇ ਚੰਗੀ ਤਰ੍ਹਾਂ ਜਾਣਦੇ ਹੋ। ਮੈਂ ਨਾਮ ਲਵਾਂਗਾ ਇੱਕ ਵਾਰ ਜ਼ਰੂਰ ਚਾਨਣਾ ਪਾਇਓ। ਭਗਵੰਤ ਸਿੰਘ ਮਾਨ ਦੇ ਵੱਲੋਂ 2 ਦਰਜਨ ਤੋਂ ਵੱਧ ਮਹਿਕਮੇ ਰੱਖੇ ਗਏ ਆਪਣੇ ਕੋਲ ਜਿਸ ਦੇ ਵਿੱਚ ਸਭ ਤੋਂ ਮੇਨ ਗ੍ਰਹਿ ਮੰਤਰਾਲਾ ਤੇ ਨਾਲ ਦੀ ਨਾਲ ਆਬਾਕਾਰੀ ਵਿਭਾਗ, ਕਈ ਹੋਰ ਵੀ ਹੈਗੇ ਆ ਪਰ ਇਹ ਬੜੇ ਖਾਸ ਕਹਿੰਦੇ ਆ ਦੋਨੇ ਮਹਿਕਮੇ। ਕੀ ਮੰਨਦੇ ਹੋ? ਗੱਲ ਇਹ ਹੈ ਇਹ ਜਿਹੜੇ ਡਿਪਾਰਟਮੈਂਟ ਹੈ ਕਈ ਡਿਪਾਰਟਮੈਂਟ ਇਸ ਤਰ੍ਹਾਂ ਦੇ ਹੁੰਦੇ ਆ ਕਿ ਜਿਹੜੇ ਮੁੱਖ ਮੰਤਰੀ ਸਾਹਿਬ ਚਾਹੇ ਜਿਹੜੇ ਵੀ ਮੁੱਖ ਮੰਤਰੀ ਆਏ ਹਾਲਾਂਕਿ ਜਿਵੇਂ ਤੁਸੀਂ ਗ੍ਰਹਿ ਮੰਤਰਾਲਾ ਕਿਹਾ ਜਿਹੜੀ ਲਾਸਟ ਸਰਕਾਰ ਸੀਗੀ ਆਪਣੀ ਕਾਂਗਰਸ ਦੀ ਉਹਦੇ ਵਿੱਚ ਗ੍ਰਹਿ ਮੰਤਰਾਲਾ ਭਾਵੇਂ ਆ ਥੋੜੇ ਦਿਨ 111 ਦਿਨ ਸੁਖਵਿੰਦਰ ਰੰਧਾਵਾ ਨੂੰ ਦੇ ਦਿੱਤਾ ਗਿਆ ਸੀ ਪਰ ਨਾਰਮਲੀ ਅੱਜ ਤੱਕ ਅਗਰ ਬਾਦਲ ਸਾਹਿਬ ਦਾ CM ਰਹੇ ਤਾਂ ਡਿਪਟੀ CM ਕੋਲ ਹੋਮ ਰਿਹਾ, ਗ੍ਰਹਿ ਮੰਤਰਾਲਾ ਹੋਮ ਦਾ ਡਿਪਾਰਟਮੈਂਟ ਹੁੰਦਾ ਹੈ। ਸਾਰੇ ਟੋਟਲ ਡਿਸਟ੍ਰਿਕਟ ਤੋਂ ਇਲਾਵਾ ਪੂਰੇ ਸੂਬੇ ਦੀ ਜਿਹੜੀ ਪੁਲਿਸ ਹੈ ਉਹ ਉਹਨਾਂ ਦੇ ਅੰਡਰ ਹੁੰਦੀ ਹੈ, ਉਹ ਗ੍ਰਹਿ ਮੰਤਰਾਲੇ ਦੇ ਅੰਡਰ ਆਉਂਦੀ ਹੈ। ਉਸ ਤੋਂ ਇਲਾਵਾ ਜਿਹੜਾ ਬਹੁਤ ਵੱਡਾ ਹੋਰ ਇੱਕ ਹੋਰ ਡਿਪਾਰਟਮੈਂਟ ਹੈ ਜਿਹੜਾ ਮੁੱਖ ਮੰਤਰੀ ਸਾਹਿਬ ਕੋਲ ਵਿਜੀਲੈਂਸ, ਉਹ ਕਦੀ ਵੀ ਦੂਸਰੇ ਨੂੰ ਨਹੀਂ ਦਿੰਦੇ, ਉਹ ਆਲਮੋਸਟ ਮੁੱਖ ਮੰਤਰੀ ਸਾਹਿਬ ਆਪ ਹੀ ਰੱਖਦੇ ਜਿਹੜੇ ਵੀ ਮੁੱਖ ਮੰਤਰੀ ਆਏ ਅੱਜ ਤੱਕ। ਉਹ ਜਿਹੜੇ ਇਹ ਡਿਪਾਰਟਮੈਂਟ ਹੈ ਦੇਖੋ ਰੈਵਨਿਊ ਦਾ ਡਿਪਾਰਟਮੈਂਟ ਹੈ, ਆਬਕਾਰੀ ਡਿਪਾਰਟਮੈਂਟ ਦਾ ਜਿਹੜੀ ਗੱਲ ਕੀਤੀ ਐਕਸਾਈਜ਼ ਐਂਡ ਟੈਕਸੇਸ਼ਨ ਕਹਿੰਦੇ ਇਹਨੂੰ, ਇਹ ਡਿਪਾਰਟਮੈਂਟ ਵੀ ਉਹਦਾ ਕਾਰਨ ਇੱਕ ਗੱਲ ਹੈ ਕਿ ਜਿੰਨੀ ਦੇਰ ਤੱਕ ਹਜੇ ਕੁਝ ਜਿਵੇਂ ਕਿਹਾ ਜਾਂਦਾ ਕਿ ਹਜੇ 10 ਬੰਦਿਆਂ ਨੂੰ ਸਹੁੰ ਚੁਕਾਈ ਹੈ, ਸ਼ਾਇਦ 6-7 ਬੰਦੇ ਹੋਰ ਥੋੜੇ ਟਾਈਮ ਤੋਂ ਬਾਅਦ ਔਰ ਬਾਰ-ਬਾਰ ਜਿਵੇਂ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਨੇ ਆਪਣੇ ਕਈ ਸਪੀਚਾਂ ਦੇ ਵਿੱਚ ਜਾਂ ਹੁਣ ਮੰਤਰਾਲਿਆ ਦੇਣ ਤੋਂ ਬਾਅਦ ਵੀ ਉਹਨਾਂ ਨੇ ਉਸ ਦਿਨ ਲਾਈਵ ਹੋ ਕੇ ਕਿਹਾ ਕਿ ਭਾਈ ਅਸੀਂ ਜਿਹੜਾ ਹੈਗਾ ਇਹ ਵਾਲਾ ਜਿਹੜਾ ਤੁਹਾਨੂੰ ਮੌਕਾ ਦਿੱਤਾ ਹੈ ਹਰ ਚੀਜ਼ ਦਾ ਬੈਕਅਪ ਹੈ ਸਾਡੇ ਕੋਲ। ਠੀਕ ਹੈ, ਬੈਕਅਪ ਹਰ ਚੀਜ਼ ਦਾ ਹੈ ਔਰ ਕੋਈ ਵੀ ਆਪਣੀ ਇਸ ਚੀਜ਼ ਨੂੰ ਗਰੰਟੀ ਸਮਝ ਕੇ ਆਪਣੇ ਡਿਪਾਰਟਮੈਂਟ 'ਚ ਨਾ ਬੈਠੀਓ, ਕੰਮ ਲੈਣਾ ਹੈ। ਠੀਕ ਹੈ, ਉਹਨਾਂ ਨੇ ਜੋ ਦਿਸ਼ਾ ਨਿਰਦੇਸ਼ ਇਹਨਾਂ ਨੂੰ ਦਿੱਤੇ ਹੈ ਇੱਕ ਕਿਸਮ ਦਾ ਕਲੀਅਰ ਸਾਹਿਬ ਜਿਵੇਂ ਕਾਰਪੋਰੇਟ ਕੰਪਨੀਆਂ 'ਚ ਟਾਰਗੇਟ ਨਹੀਂ ਹੁੰਦੇ ਇਹਨਾਂ ਨੂੰ ਟਾਰਗੇਟ ਦੇਣਗੇ ਉਹ, ਕਿਉਂਕਿ ਕੇਜਰੀਵਾਲ ਸਾਹਿਬ ਦਾ ਕੰਮ ਕਰਨ ਦਾ ਸਟਾਈਲ ਹੈ। ਹੁਣ ਦੇਖੋ ਭਾਵੇਂ ਉਹ ਭਗਵੰਤ ਮਾਨ ਜੀ CM ਨੇ, ਤਜਰਬਾ ਹੈਗਾ ਕੇਜਰੀਵਾਲ ਸਾਹਿਬ ਨੂੰ, ਅਗਰ ਭਗਵੰਤ ਮਾਨ ਜੀ ਨੂੰ ਸਲਾਹ ਵੀ ਦਿੰਦੇ ਆ ਜਾਂ ਡਾਇਰੈਕਸ਼ਨ ਵੀ ਦਿੰਦੇ ਆ ਕੋਈ ਬੁਰਾਈ ਨਹੀਂ ਹੈ। ਠੀਕ ਹੈ, ਅਸੀਂ ਵੀ ਪੰਜਾਬ ਦੇ ਵਾਸੀ ਆ
ਉਹ ਪੰਜਾਬ ਦੇ ਉਹਨਾਂ ਲੋਕਾਂ ਦੇ ਵਿੱਚੋਂ ਲੋਕ ਹਾਂ, ਅਸੀਂ ਵੀ ਚਾਹਾਂਗੇ ਕਿ ਜਿਹੜਾ ਸਾਨੂੰ ਤਾਂ ਪੰਜਾਬ ਦੇ ਮਸਲੇ ਹੱਲ ਹੋਣ ਦਾ ਮਤਲਬ ਹੈ ਕਿ ਪੰਜਾਬ ਦੇ ਮਸਲੇ ਕਿਵੇਂ ਹੱਲ ਹੁੰਦੇ ਆ, ਬਿਕਾਜ਼ ਆਫ ਚਾਹੇ ਉਹ ਕੇਜਰੀਵਾਲ ਸਾਹਿਬ ਡਾਇਰੈਕਸ਼ਨ ਦੇਣ, ਸੀਐਮ ਉਹਨਾਂ ਦੇ ਹੀ ਨੇ, ਉਹ ਹਾਈ ਕਮਾਂਡ ਨੇ, ਉਹ ਕਰ ਸਕਦੇ ਆ। ਇਹਦਾ ਅੱਛਾ, ਇਹ ਜਿਹੜਾ ਮੰਤਰਾਲੇ ਹੈ ਇਹਦੇ ਨਾਲ ਜਿਹੜੇ 26 27 ਹੋ ਸਕਦਾ ਹੈ ਜਿਹੜੇ 7 ਮੰਤਰੀ ਰਹਿ ਗਏ ਆ ਉਹਨਾਂ ਦੇ ਵਿੱਚੋਂ ਈਵਨ ਲੋਕਲ ਬੋਡੀ ਵੀ ਜਿਹੜਾ ਡਿਪਾਰਟਮੈਂਟ ਹਜੇ ਉਹ ਵੀ ਜਿਹੜਾ ਕੋਲੇ ਰੱਖਿਆ ਬਹੁਤ ਵੱਡਾ ਡਿਪਾਰਟਮੈਂਟ ਹੈ। ਔਰ ਸੀਐਮ ਤੋਂ ਬਾਅਦ ਸੈਕੰਡ ਜਿਹੜਾ ਬੰਦਾ ਹੁੰਦਾ ਉਹਨੂੰ ਤਕਰੀਬਨ ਜ਼ਿਆਦਾਤਰ ਉਹ ਡਿਪਾਰਟਮੈਂਟ ਦਿੱਤਾ ਜਾਂਦਾ ਹੈ। ਸੈਕੰਡ ਨੰਬਰ ਤੇ ਗੱਲ ਕਰਦੇ ਹਾਂ, ਹਰਪਾਲ ਚੀਮਾ 2 ਵਾਰ ਵਿਧਾਇਕ ਬਣੇ ਆ ਜੜਬਾ ਤੋਂ, ਉਸ ਤੋਂ ਬਾਅਦ ਖਜ਼ਾਨਾ ਮਿਲਿਆ ਉਹਨਾਂ ਨੂੰ, ਜਿਹੜਾ ਖਜ਼ਾਨਾ ਕਿ ਪੰਜਾਬ ਦੀ ਸਾਬਕਾ ਸਰਕਾਰ ਕਹਿੰਦੀ ਰਹੀ ਹੈ ਮਨਪ੍ਰੀਤ ਸਿੰਘ ਬਾਦਲ ਕਿ ਖਾਲੀ ਆ। ਹੁਣ 2 ਵਾਰ ਵਿਧਾਇਕ ਨੂੰ ਇਹ ਸ਼ਾਬਾਸ਼ੀ ਮਿਲੀ ਹੈ ਕਿ ਭਾਰ ਮਿਲ ਗਿਆ ਕਿ ਚੈਲੰਜ ਮਿਲ ਗਿਆ? ਦੇਖੋ ਗੱਲ ਇਹ ਹੈ ਵੈਲ ਐਜੂਕੇਟਡ ਪੜ੍ਹੇ ਲਿਖੇ ਨੇ, ਠੀਕ ਹੈ, ਔਰ ਆਈ ਥਿੰਕ BA LLB ਨੇ ਜੀ, ਕਾਨੂੰਨ ਬਾਰੇ ਬਹੁਤ ਅੱਛੇ ਤਰੀਕੇ ਨਾਲ ਜਾਣਦੇ ਆ, ਵਿਰੋਧੀ ਧਿਰ ਦੇ ਨੇਤਾ ਰਹੇ ਆ, 2 ਵਾਰ ਦੇ ਜਿਹੜੇ ਨੇਤਾ 10 ਸਾਲ ਉਹਨਾਂ ਨੇ ਵਿਰੋਧ ਵਿੱਚ ਬੈਠ ਕੇ ਦੇਖ ਲਿਆ ਕਿ ਸਰਕਾਰਾਂ ਕੀ ਹੁੰਦੀਆਂ, ਕਿਵੇਂ ਲੋਕ ਧਰਨਿਆਂ ਤੇ ਬੈਠਦੇ ਆ, ਕਿਵੇਂ ਖਜ਼ਾਨੇ ਖਾਲੀ ਆ ਤੇ ਕਿਵੇਂ ਭਰਨੇ ਆ ਤੇ ਕਿਵੇਂ ਕਰਨਾ। ਉਹ ਇੰਨੇ ਕੁ ਉਹ ਨਿਆਣੇ ਨਹੀਂ ਕਿ ਖਜ਼ਾਨਾ ਖਾਲੀ ਆ। ਉਹ ਦੇਖੋ ਖਾਲੀ ਦੀ ਗੱਲ ਆਪਾਂ ਕਰੀਏ, ਖਜ਼ਾਨਾ ਭਰਨ ਨੂੰ ਕੋਈ ਟਾਈਮ ਨਹੀਂ ਲੱਗਣਾ, ਇਹ ਭਰਨ ਵਾਲੇ ਬੰਦਿਆਂ ਦੀ ਨੀਅਤ ਸਹੀ ਚਾਹੀਦੀ ਹੈ। ਐਡਮਿਨਿਸਟ੍ਰੇਟਰ ਕੋਲ ਕੰਮ ਲੈਣ ਵਾਲੇ ਬੰਦੇ ਚਾਹੀਦੇ, ਐਡਮਿਨਿਸਟ੍ਰੇਸ਼ਨ ਨੇ ਕੰਮ ਕਰਨ ਦੇ ਵਿੱਚ ਬੈਠੇ ਹੋ। ਦੇਖੋ ਜਿਵੇਂ ਕਿ ਇਹਨਾਂ ਦਾ ਸ਼ੁਰੂ ਤੋਂ ਸਟਾਈਲ ਰਿਹਾ, ਦਿੱਲੀ ਦੇ ਵਿੱਚ ਵੀ ਅੱਜ ਸਰਕਾਰ ਕੋਲ ਰੈਵਨਿਊ ਦੀ ਕੋਈ ਕਮੀ ਨਹੀਂ, ਪਲੱਸ ਰੈਵਨਿਊ ਹੈ ਉੱਥੇ, ਜਿਹੜਾ ਬਜਟ ਹੈ ਸਾਲ ਦੇ ਬਜਟ ਨਾਲੋਂ ਐਕਸੈਸ ਬਜਟ ਹੈ ਉੱਥੇ, ਉਹ ਜਿਹੜੀ ਸਾਰੀ ਚੀਜ਼ ਹੈਗੀ। ਖਜ਼ਾਨਾ ਜਿਹੜਾ ਭਰਨ ਦਾ ਕੰਮ ਹੈ ਉਹ ਸ਼ੁਰੂ ਤੋਂ ਜਿਵੇਂ ਇਹਨਾਂ ਨੇ ਪੱਗ ਆਪਣਾ ਸੰਭਾਲਿਆ ਪਦ, ਉਸ ਪਦ ਦੇ ਵਿੱਚ ਬੈਠਦੇ ਹੀ ਇਹਨਾਂ ਨੇ ਕਿਹਾ ਵੀ ਜੋ ਨਵੀਆਂ ਨੀਤੀਆਂ ਲੋਕਾਂ ਤੋਂ ਵੀ ਸਾਨੂੰ ਸਿੱਖਣ ਨੂੰ ਮਿਲੂਗਾ, ਜਿਹੜੇ ਐਡਮਿਨਿਸਟ੍ਰੇਸ਼ਨ ਦੇ ਆਫੀਸਰ ਹੈ ਅਸੀਂ ਉਹਨਾਂ ਦੀ ਵੀ ਗੱਲ ਸੁਣਾਂਗੇ ਔਰ ਇਹ ਦੇਖਾਂਗੇ ਵੀ ਖਜ਼ਾਨੇ ਨੂੰ ਅਸੀਂ ਕਿਹੜੀਆਂ ਨਵੀਆਂ ਰੂਪ ਦਈਏ, ਕਿੱਥੋਂ ਖਜ਼ਾਨਾ ਭਰ ਸਕਦੇ ਹਾਂ, ਕਿਹੜੀਆਂ ਨਵੀਆਂ ਨੀਤੀਆਂ ਬਣਾਈਏ, ਕਿਹੜੀਆਂ ਕਮੇਟੀਆਂ ਬਣਾਈਏ, ਇਹ ਸਾਰੇ ਕੰਮ ਹਰਪਾਲ ਚੀਮਾ ਜੀ ਕਰਨਗੇ। 2 ਇਹਨਾਂ ਦਾ ਜਵਾਬ ਦਿਓ। ਇੱਕ ਬਿਜਲੀ ਮੰਤਰੀ ਬਣੇ ਆ ਹਰਭਜਨ ਸਿੰਘ ETO, ਬਿਜਲੀ ਨੂੰ ਲੈ ਕੇ ਪੰਜਾਬ ਦੇ ਵਿੱਚ ਗਰਮੀ ਆਉਣ ਜਾ ਰਹੀਆਂ ਵਾ, ਬੜਾ ਰੌਲਾ ਰਿਹਾ ਹੈ ਕਿ ਕੋਲੇ ਦੇ ਵਿੱਚ ਕੋਲੇ ਦੀ ਘਾਟ ਹੋ ਗਈ ਹੈ, ਦੂਸਰੇ ਪਾਸੇ ਕਹਿੰਦੇ ਆ ਕਿ ਬਿਜਲੀ ਮੁਫਤ ਕਰਨੀ ਹੈ, ਤੀਸਰੇ ਪਾਸੇ ਸਾਬਕਾ ਮੁੱਖ ਮੰਤਰੀ ਸਾਹਿਬ ਨੇ ਬਿਜਲੀ ਸਸਤੀ ਕਰ ਦਿੱਤੀ ਸੀ, ਕੀ ਕਹਿਣਾ? ਦੇਖੋ ਗੱਲ ਇਹ ਹੈ, ਇਹ ਕਲੇਰ ਸਾਹਿਬ ਕੁਦਰਤੀ ਗੱਲ ਹੈ, ਰੱਬ ਵੱਲੋਂ ਵੀ ਕਈ ਵਾਰੀ ਮਾਰ ਪੈ ਜਾਂਦੀ ਹੈ ਬੰਦੇ ਨੂੰ, ਭਾਵੇਂ ਨੀਅਤ ਸਾਫ਼ ਵੀ ਹੋਵੇ ਪਰ ਮੁਕੱਦਰ ਵੀ ਹੁੰਦੇ ਆ। ਦੇਖੋ ਮੁਕੱਦਰ ਕੀ ਹੈ, ਸਰਕਾਰ ਸੰਭਾਲੀ ਹੈ, ਜਿਵੇਂ ਆਪਾਂ ਗੱਲ ਕਰ ਰਹੇ ਹਾਂ ਹਜੇ ਥੋੜਾ ਟਾਈਮ ਹੀ ਹੋਇਆ, ਹਫਤਾ ਹੀ ਹੋਇਆ, ਮਹੀਨੇ ਤੋਂ ਲਗਭਗ ਮਹੀਨੇ ਤੋਂ ਯੁੱਧ ਲੱਗਿਆ ਹੋਇਆ ਯੂਕਰੇਨ ਤੇ ਯੂਕਰੇਨ ਸੇ, ਔਰ ਸਾਰੀ ਦੁਨੀਆ ਦੇ ਲੋਕਾਂ ਨੂੰ ਔਰ ਈਵਨ ਇੱਥੇ ਪੰਜਾਬ ਤੋਂ ਇਲਾਵਾ ਬਾਹਰਲੇ ਲੋਕਾਂ ਨੂੰ ਵੀ ਜੋ ਕੁਝ ਉੱਥੋਂ ਦੋਨਾਂ ਕੰਟਰੀਆਂ ਤੋਂ ਸਪਲਾਈ ਆਉਂਦੀ ਸੀ, ਚਾਹੇ ਫੂਡ ਸਪਲਾਈ ਹੋਵੇ ਤੇ ਚਾਹੇ ਕੋਲਾ ਹੋਵੇ, ਹਿੰਦੁਸਤਾਨ ਨੂੰ ਸਾਰੀ ਸਪਲਾਈ ਕਾਫੀ ਹੱਦ ਤੱਕ ਮੋਰ ਓਵਰ ਉਹ ਯੂਕਰੇਨ ਤੋਂ ਕੋਲਾ ਆਉਂਦਾ ਸੀ। ਠੀਕ ਹੈ, ਕੋਲੇ ਦਾ ਜਿਹੜਾ ਸਟਾਕ ਹੈਗਾ ਉਹ ਸਾਡੇ ਕੋਲ ਦਿਨਾਂ ਦਾ ਰਹਿ ਗਿਆ। ਅੱਛਾ, ਦਿਨਾਂ ਦਾ ਰਹਿ ਗਿਆ। ਉਹਦੇ ਕਾਰਨ ਕੀ ਹੈ, ਇੱਕ ਕੁਛ ਗੱਲ ਇਹ ਹੈ ਗਰਮੀ ਦੇ ਵਿੱਚ ਜਿਹੜੇ ਗਰਮੀ ਦੇ ਦਿਨ ਸ਼ੁਰੂ ਹੋ ਗਏ ਕਿ ਜਿਹੜੀ ਬਿਫੋਰ ਚੱਲ ਰਹੀ ਹੈ, ਤਾਪਮਾਨ 35-36 ਪਹੁੰਚਣ ਲੱਗ ਗਿਆ, ਉਸ ਤਾਪਮਾਨ ਨੂੰ ਦੇਖਦੇ ਹੋਏ ਜਿਹੜੀ ਬਿਜਲੀ ਦੀ ਕੰਜ਼ੰਪਸ਼ਨ ਹੈ ਨੋਰਮਲ ਜਿਹੜੀ ਆਪਾਂ ਆਮ ਯੂਟਿਲਾਈਜ਼ ਕਰਦੇ ਹਾਂ ਉਹਦੇ ਵਿੱਚ ਵੱਧ ਗਈ। ਵਧਣ ਦੇ ਨਾਲ ਉਹ ਪਾਵਰ ਦੀ ਜਿਹੜੀ ਇਸ ਟਾਈਮ ਜਿਹੜੀ ਕਟੌਤੀ ਆ ਰਹੀ ਹੈ, ਦੇਖੋ ਆਉਣ ਵਾਲੇ ਥੋੜੇ ਟਾਈਮ 'ਚ ਲੋਕਾਂ ਨੂੰ ਅੱਜ ਤੋਂ ਹੀ ਅਸੀਂ ਸੁਚੇਤ ਕਰਦੇ ਹਾਂ ਕਿ ਆਉਣ ਵਾਲਾ ਟਾਈਮ ਥੋੜਾ ਹੈਗਾ, ਥੋੜਾ ਔਖਾ ਹੋਣ ਵਾਲਾ ਹੈ, ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਨਵੀਂ ਸਰਕਾਰ ਬਣੀ ਹੈ ਔਰ ਇਹ ਜਿਹੜੀ ਸਰਕਾਰ ਹੈ ਇਹ ਪੰਜਾਬ ਸਰਕਾਰ ਦਾ ਹੀ ਕੰਮ ਖਾਲੀ ਨਹੀਂ ਹੁੰਦਾ, ਇਹ ਸਾਰਾ ਜਿਹੜਾ ਸੈਂਟਰ ਗਵਰਨਮੈਂਟ ਤੋਂ ਕੋਲੇ ਦੀ ਸਪਲਾਈ ਹੁੰਦੀ ਹੈ, ਇਹ ਜਿਹੜੀ ਸਪਲਾਈ ਹੈ ਪਿੱਛੋਂ ਦੇਖੋ ਹੁਣ ਸਾਡੇ ਕੋਲ ਬੜੇ ਆਲਟਰਨੇਟਿਵ ਹੈ, ਬਾਹਰ ਦੀ ਸਪਲਾਈ ਤੋਂ ਇਲਾਵਾ ਦੂਜੇ ਸੂਬਿਆਂ ਤੋਂ ਵੀ ਅਸੀਂ ਬਹੁਤ ਬਿਜਲੀ ਲੈ ਸਕਦੇ ਹਾਂ, ਭਲੇ ਕਿ ਥੋੜੀ ਮਹਿੰਗੀ ਹੋਵੇ ਸਸਤੀ ਹੋਵੇ। ਈਵਨ ਥੋੜੇ ਦਿਨ ਪਹਿਲਾਂ ਹੀ 7 ਰੁਪਏ ਬਿਜਲੀ ਲਈ ਵੀ ਗਈ ਹੈ, ਇਹ ਵੀ ਨਾਲ ਤੁਹਾਨੂੰ ਦੱਸ ਦਈਏ। ਇਹ ਜਿਹੜੀ ਚੀਜ਼ ਹੈ ਨਾਰਮਲ ਹੈ, ਬਾਕੀ ਗੱਲ ਹੈਗੀ ਜਿਹੜੀ ਕੰਜ਼ੰਪਸ਼ਨ ਹੈ ਨਾ ਜੀ ਉਹ ਇਹ ਦਿਨਾਂ ਦੇ ਵਿੱਚ ਵੱਧ ਜਾਂਦੀ ਹੈ ਤੇ ਬਿਜਲੀ ਦੀ ਕਟੌਤੀ ਜਿਹੜੀ ਹੈ ਇਹ ਲਾਜ਼ਮੀ ਹੈ, ਰੂਟੀਨ ਹੈ। ਅਜਿਹਾ ਮਹਿਕਮਾ ਜਿੱਥੇ ਧਰਨੇ ਚੱਲਦੇ ਰਹਿੰਦੇ ਆ, ਲੋਕ ਜਿਹੜੇ ਆ ਪੜ੍ਹ ਲਿਖ ਕੇ ਨੌਕਰੀਆਂ ਪਾਉਣ ਦੀ ਚਾਹ ਰੱਖਦੇ ਆ, ਸਿੱਖਿਆ ਮਹਿਕਮਾ ਮੀਤ ਹੇਅਰ ਨੂੰ ਮਿਲਿਆ ਵਾ, ਉਹ ਵੀ 2 ਵਾਰ ਵਿਧਾਇਕ ਬਣੇ ਆ, ਦੂਸਰੀ ਵਾਰ ਵਿਧਾਇਕ ਬਣੇ ਆ, ਨੌਜਵਾਨ ਚਿਹਰਾ ਵਾ, ਸਿੱਖਿਆ ਨੂੰ ਲੈ ਕੇ ਕੀ ਤੁਹਾਡੇ ਰਾਏ ਆ? ਦੇਖੋ ਪੜ੍ਹੇ ਲਿਖੇ ਨੇ, ਨੌਜਵਾਨ ਚਿਹਰਾ ਹੈ ਔਰ ਯੂਥ ਦੇ ਪ੍ਰਧਾਨ ਰਹੇ ਆ ਔਰ ਨਾਲ ਦੀ ਨਾਲ 2 ਵਾਰ ਦੇ ਨੇਤਾ ਵੀ ਨੇ, ਉਹ ਇਹ ਵੀ ਗੱਲ ਹੈ ਜਿਸ ਵੀ ਨੌਜਵਾਨ ਨੂੰ ਭਾਵੇਂ ਹੇਅਰ ਸਾਹਿਬ ਹੋਣ ਤੇ ਚਾਹੇ ਹੋਰ ਮੰਤਰੀਆਂ ਚ ਜਿਵੇਂ ਤੁਸੀਂ ਨਾਮ ਦੱਸ ਰਹੇ ਹੋ ਉਹ ਹੋਣਗੇ, ਤਾਂ ਮੌਕਾ ਮਿਲਿਆ ਪੰਜਾਬ ਨੂੰ ਇੱਕ ਵਧੀਆ ਸਿੱਖਿਆ ਪ੍ਰਦਾਨ ਕਰਨਾ ਉਹ ਨਾਲ ਦੀ ਨਾਲ ਜਿੱਦਾਂ ਕਿ ਦੇਖੋ ਕਹਿੰਦੇ ਨਾ ਜੋਸ਼, ਨਵੇਂ ਬੰਦੇ ਨਵਾਂ ਖੂਨ, ਜਿਵੇਂ ਕਹਿ ਲਓ ਇੱਕ
ਨਵਾਂ ਬਲੱਡ ਜਿਹੜਾ ਹੈ ਨਾ ਉਹ ਯੰਗ ਬਲੱਡ ਹੈ, Young blood। ਉਹ ਇਹਨਾਂ ਨੂੰ ਹੋਸ਼ ਨਾਲ ਕੰਮ ਲੈਣਾ ਪੈਣਾ। ਦੇਖੋ ਜਿਵੇਂ ਕਿ ਮੰਨ ਲਓ ਨਵੀਂ ਸਰਕਾਰ ਬਣੀ, ਧਰਨੇ ਫਿਰ ਸ਼ੁਰੂ ਹੋ ਜਾਣੇ ਆ ਜਾਂ ਹੋ ਵੀ ਗਏ ਵਿੱਚ ਥੋੜੇ ਟਾਈਮ 'ਚ। ਉਹ ਕਾਰਨ ਹੈ ਕਿ ਇਹ ਸਾਰੀ ਚੀਜ਼ ਜਿਹੜੀ ਹੈਗੀ ਇੱਕ ਬੈਠਣ ਤੋਂ ਬਾਅਦ ਸਾਰਾ ਇੱਕ ਰੋਡ ਮੈਪ ਤਿਆਰ ਕਰਨਾ ਪਊਗਾ। ਉਹ ਜਿਹੜਾ ਸਿਸਟਮ ਹੈ ਮੇਰੇ ਹਿਸਾਬ ਨਾਲ ਵਧੀਆ ਬੇਖੂਬੀ ਨਾਲ ਨਿਭਾਉਣਗੇ। ਬਾਕੀ ਆਉਣ ਵਾਲਾ ਟਾਈਮ ਚੰਗੀ ਗੱਲ ਇਹ ਆ ਕਿ ਉਹਨਾਂ ਨੇ ਪਹਿਲਾਂ ਗ੍ਰੈਜੂਏਸ਼ਨ ਕੀਤੀ, ਮਤਲਬ 10th ਕੀਤੀ, +2 ਫਿਰ ਗ੍ਰੈਜੂਏਸ਼ਨ, ਹਰੇਕ ਡਿਪਾਰਟਮੈਂਟ ਨੂੰ ਬਖੂਬੀ ਜਾਣਦੇ ਹੋਣਗੇ। ਅਗਲਾ ਮਹਿਕਮਾ ਸਮਾਜਿਕ ਸੁਰੱਖਿਆ ਤੇ ਮਹਿਲਾ ਬਾਲ ਦਾ ਡਾਕਟਰ ਬਲਜੀਤ ਕੌਰ ਨੂੰ ਮਿਲਿਆ ਵਾ। ਉਹ ਕਹਿੰਦੇ ਨੇ ਕਿ ਅੱਖਾਂ ਦੇ ਸਰਜਨ ਵਾ, ਡਾਕਟਰ ਅੱਖਾਂ ਦੇ, ਤੇ ਨਾਲ ਦੀ ਨਾਲ ਮਹਿਲਾ ਵਿਕਾਸ ਮੰਤਰਾਲਾ ਵਾ, ਜਿਹੜੀ ਮਹਿਲਾਵਾਂ ਵਾ ਪੰਜਾਬ ਦੀਆਂ ਵੇਟ ਕਰਦੀਆਂ ਪਈਆਂ 1000 ਰੁਪਏ ਨੂੰ। ਦੇਖੋ ਗੱਲ ਇਹ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਕੈਬਨਿਟ ਦੀ ਜਿਹੜੀ ਪਹਿਲੀ ਮੀਟਿੰਗ ਹੋਈ ਜੀ, ਉਸ ਤੋਂ ਬਾਅਦ ਇਜਲਾਸ ਚੱਲਿਆ। ਉਸ ਇਜਲਾਸ ਵਿੱਚ ਬੜੇ ਵਧੀਆ ਵੱਡੇ ਫੈਸਲੇ ਹੋਏ। ਉਹ ਜਿਹੜੇ ਕਿ ਸਾਰਿਆਂ ਨੂੰ ਪਤਾ ਹੈ, ਉਹ ਜਿਹੜੇ ਫੈਸਲੇ ਚਾਹੇ ਉਹ ਨੌਕਰੀਆਂ ਤੇ ਹੋਵੇ ਤੇ ਚਾਹੇ ਉਹ ਆਪਣਾ ਐਂਟੀ ਕਰਪਸ਼ਨ ਦਾ ਜਿਹੜਾ ਇਹਨਾਂ ਨੇ ਟੋਲ ਫ੍ਰੀ ਨੰਬਰ ਦਿੱਤਾ ਉਹਦੇ ਤੇ ਹੋਵੇ, ਤੇ ਚਾਹੇ ਉਹ ਆਪਣਾ ਅੱਗੇ ਜੋ ਪਾਸ ਕਰਨੇ ਆ ਉਹ ਕਾਨੂੰਨਾਂ ਦੇ ਬਾਬਤ ਹੋਣ। ਜਿਵੇਂ ਕਿ ਇਹਨਾਂ ਨੇ ਮਹਿਲਾ ਦੇ ਜਿਹੜੇ ਬਿੱਲ ਵੀ ਹੈਗੇ, ਇਹਨਾਂ ਨੇ ਇਹ ਜਿਹੜੇ ਕੰਮ ਹੈ ਇਹਨਾਂ ਨੂੰ ਪਹਿਲੇ 2-3 ਮਹੀਨਿਆਂ ਦੇ ਵਿੱਚ ਜਿਹੜਾ ਨੈਕਸਟ ਇਜਲਾਸ ਆਣਾ ਉਹਦੇ ਵਿੱਚ ਲਾਜ਼ਮੀ ਹਰ ਹਾਲਤ 'ਚ ਰੱਖਣੇ ਪੈਣੇ ਆ। ਇਹ ਵਾਲੇ ਮਹਿਲਾ ਮੰਤਰੀ ਨੇ ਮਹਿਲਾ ਦਾ ਦੁੱਖ ਜ਼ਿਆਦਾ ਅੱਛੀ ਤਰ੍ਹਾਂ ਸਮਝਣਗੇ। ਡਿਪਾਰਟਮੈਂਟ ਦਾ ਜਿਹੜਾ ਦੇਣਾ, ਉਹ ਜਿਹੜੇ ਸਮਾਜ ਸੇਵਾ ਦਾ ਕੰਮ ਅੱਗੇ ਕਰਦੇ ਸੀ ਬੜੇ ਵਧੀਆ ਤਰੀਕੇ ਨਾਲ ਬਖੂਬੀ ਨਾਲ ਨਿਭਾਉਂਦੇ ਰਹੇ ਆ। ਉਹ ਡਾਕਟਰ ਹੈ ਪੇਸ਼ੇ ਤੋਂ, ਉਹ ਬਹੁਤ ਲਾਇਕ, ਔਰ ਉਮੀਦ ਸੀਗੀ ਕਿ ਇਹਨਾਂ ਨੂੰ ਸ਼ਾਇਦ ਲੋਕਲ ਬੋਡੀ ਮੰਤਰਾਲਾ ਮਿਲ ਜਾਵੇ। ਪਿਛਲੇ ਦਿਨੀ ਗੱਲਾਂ ਬਾਤਾਂ ਹੋ ਰਹੀਆਂ ਸੀਗੀਆਂ, ਬਟ ਹੋ ਸਕਦਾ ਹੈ ਕੋਈ ਆਉਣ ਵਾਲੇ ਜਿਹੜੇ ਹੋਰ ਨੇਤਾ ਉਹਨਾਂ ਵਾਸਤੇ ਉਹ ਰੱਖ ਲਿਆ ਗਿਆ ਹੋਵੇ, ਜਾਂ ਭਗਵੰਤ ਮਾਨ ਜੀ ਨੇ ਆਪ ਉਸ ਕਰਕੇ ਰੱਖਿਆ ਕਿ ਉੱਥੋਂ ਰੈਵਨਿਊ ਦਾ ਬੜਾ ਸਕੋਪ ਹੈ। ਕਈ ਵਾਰੀ ਇਹੋ ਜਿਹੀ ਵੀ ਗੱਲ ਹੋ ਜਾਂਦੀ ਹੈ। ਅੱਗੇ ਸਿਹਤ ਮੰਤਰਾਲਾ ਆ ਗਿਆ, ਉਹ ਹੈਗਾ ਵਾ ਆਪਣੇ ਡਾਕਟਰ ਵਿਜੇ ਸਿੰਗਲਾ ਦੇ ਕੋਲੇ। ਆਪਣੇ ਸਿੱਧੂ ਮੂਸੇਵਾਲਾ ਨੂੰ ਹਰਾਇਆ, ਉਸ ਤੋਂ ਪੱਟਾਂ ਥਾਪੀਆਂ ਵੀ ਮਾਰੀਆਂ, ਵੀਡੀਓ ਵਾਇਰਲ ਹੋਈ। ਸਿਹਤ ਮੰਤਰਾਲਾ ਹਮੇਸ਼ਾ ਤੋਂ ਸੁਰਖੀਆਂ ਦੇ ਵਿੱਚ ਰਿਹਾ ਸਰਕਾਰੀ ਹਸਪਤਾਲਾਂ ਕਰਕੇ। ਦੇਖੋ ਇਹ ਜਿਵੇਂ ਜਦੋਂ ਇਹਨਾਂ ਨੇ ਸਿਹਤ ਮੰਤਰਾਲਾ ਇਹਨਾਂ ਨੂੰ ਮਿਲਿਆ, ਔਰ ਨਾਲੇ ਜਦੋਂ ਇਹਨਾਂ ਨੇ ਆਪਣਾ ਸਹੁੰ ਚੱਕੀ, ਉਸ ਤੋਂ ਬਾਅਦ ਇਹਨਾਂ ਦੀ ਸਟੇਟਮੈਂਟ ਬੜੇ ਸਹਿਜ ਵਾਲੇ ਸਿੰਗਲਾ ਸਾਹਿਬ। ਔਰ ਈਵਨ ਇੱਥੇ ਤੱਕ ਕਿ ਉਹ ਕਹਿੰਦੇ ਜਿਹੜੇ ਸਿਹਤ ਡਿਪਾਰਟਮੈਂਟ ਦੇ ਬੰਦੇ ਡਾਕਟਰ ਸਾਰੇ ਮੇਰੇ ਭਰਾ ਹੈ, ਔਰ ਉਸ ਭਰਾਵਾਂ ਨਾਲ ਮੈਂ ਮਿਲ ਕੇ ਕੰਮ ਕਰਾਂਗਾ, ਮੈਂ ਉਹਨਾਂ ਦੇ ਸੁਝਾਅ ਲਾਂਗਾ ਕਿੱਥੇ ਕਮੀ ਹੈ, ਵੀ ਮੈਨੂੰ ਜਿਹੜੀ ਪ੍ਰੈਕਟੀਕਲੀ ਚੀਜ਼ ਹੈ ਮੈਨੂੰ ਉਹ ਆਣੀ ਚਾਹੀਦੀ ਹੈ। ਵੀ ਲੋਕ ਦਵਾਈ ਮੰਗਦੇ ਆ ਕਿਹੜੀ ਤੇ ਅੰਦਰੋਂ ਨਿਕਲਦੀ ਹੈ ਕਿਹੜੀ, ਹੈਗੀ ਹੈ ਨਹੀਂ, ਦੂਜੀ ਮੰਗਦੇ ਆ ਜਿਹੜੀ ਹੈ ਨਹੀਂ। ਭਾਵ ਕਹਿੰਦਾ ਕਿ ਮੈਨੂੰ ਕਹਿੰਦਾ ਫਿਜ਼ੀਕਲੀ ਪ੍ਰੈਕਟੀਕਲੀ ਉਹ ਚੀਜ਼ ਚਾਹੀਦੀ ਵੀ ਜਿਹੜੀ ਆਪਣੇ ਇੱਥੇ ਬਿਮਾਰ ਜਿਹੜੇ ਬੰਦੇ ਨੇ, ਜਿਨ੍ਹਾਂ ਨੂੰ ਪੇਸ਼ੈਂਟ ਆ ਬੰਦੇ ਜਿਨ੍ਹਾਂ ਨੂੰ ਲੋੜ ਹੈ, ਮੈਨੂੰ ਉਹ ਨਹੀਂ ਚਾਹੀਦੀ ਵੀ ਜਿਹੜੀ ਉਹਨਾਂ ਨੂੰ ਲੋੜ ਨਹੀਂ। ਉਹਨਾਂ ਨੇ ਬੜਾ ਪ੍ਰੈਕਟੀਕਲੀ ਤਰੀਕੇ ਨਾਲ ਵਧੀਆ ਔਰ ਇੱਕ ਬੜੀ ਸਹਿਜ ਨਾਲ ਇੱਕ ਭਰਾ ਦਾ ਨਾਤਾ ਦੇ ਕੇ ਕੋਈ ਮੰਤਰੀਪਨ ਨਹੀਂ ਦਿਖਾਇਆ ਕਿ ਲੈ ਵੀ ਮੈਂ ਮੰਤਰੀ ਬਣ ਗਿਆ, ਮੈਂ ਦੱਸੂਗਾ, ਮੈਂ ਕਮਜ਼ੋਰੀਆਂ ਜਾਣਦਾ, ਮੈਂ ਖੁਦ ਡਾਕਟਰ, ਮੈਨੂੰ ਪਤਾ ਕਿੱਥੇ ਹੇਰ ਫੇਰ ਹੁੰਦਾ, ਕੀ ਕੰਮ ਹੁੰਦਾ। ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਮੋਢੇ ਨਾਲ ਮੋਢਾ ਲਾ ਕੇ ਪੂਰਾ ਇਹ ਮੰਤਰਾਲਾ ਜਿਹੜਾ ਹੋਊਗਾ ਇਹ ਸਿਹਤ ਦਾ ਸੁਧਾਰਾਂਗੇ, ਕਿਉਂਕਿ ਇਹਦੀ ਲੋੜ ਹੈ, ਕਿਉਂਕਿ ਇਹਨਾਂ ਦਾ ਮੁੱਖ ਮੁੱਦਾ ਵੀ ਹੈ। ਇਹ ਵੀ ਤੁਹਾਨੂੰ ਜਿਵੇਂ ਤੁਸੀਂ ਗੱਲ ਕੀਤੀ ਸਿੱਖਿਆ ਦੀ, ਸਿਹਤ ਦੀ, ਇਨਫਰਾਸਟ੍ਰਕਚਰ ਦੀ, ਇਹ ਮੁੱਖ ਮੁੱਦੇ ਵੀ ਹੈ ਕੇਜਰੀਵਾਲ ਸਰਕਾਰ ਦੇ। ਇਹ ਜਿਹੜੀ ਭਗਵੰਤ ਮਾਨ ਜੀ ਦੀ ਸਰਕਾਰ ਹੈ, ਕੇਜਰੀਵਾਲ ਸਾਹਿਬ ਦੇ ਪਹਿਲਾਂ ਇਹ ਜਿਹੜੇ ਹੈਡਲਾਈਨ ਗਰੰਟੀਆਂ ਨੇ, ਇਹ ਜ਼ਰੂਰੀ ਵੀ ਨੇ। ਅਗਲੇ ਅੱਗੇ ਹਰਜੋਤ ਬੈਂਸ ਆ, ਕਾਨੂੰਨ ਤੇ ਸੈਰ ਸਪਾਟਾ ਮੰਤਰਾਲਾ ਮਿਲਿਆ। ਸੈਰ ਸਪਾਟੇ ਨੂੰ ਲੈ ਕੇ ਬੜੇ ਲੰਬੇ ਚੌੜ ਟਾਈਮ ਤੋਂ ਇਹ ਰਾਏ ਸੀਗੀ ਪੰਜਾਬ ਦੇ ਵਿੱਚ ਕਿ ਪੰਜਾਬ ਤੋਂ ਵੀ ਰੈਵਨਿਊ ਜਨਰੇਟ ਹੋ ਸਕਦਾ ਹੈ ਸੈਰ ਸਪਾਟੇ ਨੂੰ ਲੈ ਕੇ। ਕੀ ਮੰਨਦੇ ਹੋ? ਦੇਖੋ ਗੱਲ ਇਹ ਹੈ, 32 ਸਾਲ ਦੀ ਯੰਗ ਉਮਰ, ਔਰ ਜਿਹੜਾ ਪੋਲੀਟੀਕਲ ਦੇ ਵਿੱਚ ਬੜਾ ਅੱਛਾ ਐਕਸਪੀਰੀਅੰਸ, ਔਰ ਕੇਜਰੀਵਾਲ ਦੇ ਮੁੱਢਲੇ ਬੰਦੇ ਆ। ਇਹ 2011 ਚ ਜੁੜੇ ਸੀਗੇ, ਅੱਜ 11 ਸਾਲ ਹੋ ਗਏ। ਪਿਛਲੀ ਵਾਰੀ ਵੀ ਇਹ ਸਾਹਨੇਵਾਲ ਤੋਂ ਖੜੇ ਸੀ, ਹੁਣ ਆਨੰਦਪੁਰ ਸੀਟ ਤੋਂ ਖੜੇ ਆ, ਉੱਥੋਂ ਜਿੱਥੋਂ ਬੜੀ ਵਧੀਆ ਜਿੱਤ ਪ੍ਰਾਪਤ ਹੋਈ ਹੈ। ਔਰ ਤੁਸੀਂ ਜਿਹੜੀ ਗੱਲ ਕਰ ਰਹੇ 2 ਦੀ 5 ਮੰਤਰਾਲੇ ਦਿੱਤੇ ਆ, ਔਰ ਇਹ ਵੀ ਐਡਵੋਕੇਟ ਨੇ, ਲਾਇਰ ਨੇ। ਇਹਨਾਂ ਨੂੰ ਜਿਹੜੇ 5 ਮੰਤਰਾਲੇ ਦਿੱਤੇ ਉਹ ਬੜੇ ਸੂਝ-ਬੂਝ ਨਾਲ ਦਿੱਤੇ ਆ, ਕਿਉਂਕਿ ਜਿਹੜੇ ਮੰਤਰਾਲੇ ਦਿੱਤੇ ਆ ਉਹਨਾਂ ਮੰਤਰਾਲਿਆਂ ਦੇ ਉੱਤੇ ਪਹਿਲਾਂ ਇਹ ਮੁੱਦੇ ਚੱਕਦੇ ਰਹੇ ਆ। ਮਾਈਨਿੰਗ ਦਾ ਮੁੱਦਾ ਬੜਾ ਜ਼ਰੂਰੀ ਸੀ, ਜਿਸ ਮਾਈਨਿੰਗ ਦੇ ਮੁੱਦੇ ਤੋਂ ਕਰੋੜਾਂ ਰੁਪਈਆ ਦਾ ਰੈਵਨਿਊ ਆ ਸਕਦਾ ਹੈ, ਉਸ ਮੁੱਦੇ ਦੇ ਹਿਸਾਬ ਨਾਲ ਉਹ ਜਿਹੜੇ ਮੁੱਦੇ ਇਹਨਾਂ ਨੇ ਚੱਕੇ ਹੋਏ, ਇਹਨਾਂ ਦੀ ਨੌਲੇਜ ਵਿੱਚ ਹੈ, ਇਹਨਾਂ ਨੂੰ ਪਤਾ ਹੈ ਉਹ ਕੰਮ ਕਿਵੇਂ ਹੋਣਾ ਹੈ। ਚੰਨੀ ਸਾਹਿਬ ਦੇ ਕਰੀਬੀ ਵੀ ਉੱਥੇ ਆਨੰਦਪੁਰ ਸਾਹਿਬ ਦੇ ਵਿੱਚ। ਦੂਸਰਾ ਪੁਆਇੰਟ ਇਹ ਹੈ ਕਲੇਰ ਸਾਹਿਬ, ਇੱਕ ਹੋਰ ਚੀਜ਼ ਹੈ, ਉਹ ਜਿੱਦਾਂ ਕਿ ਆਪਾਂ ਪਹਿਲਾਂ ਗੱਲ ਹੋ ਰਹੀ ਸੀ ਕਿ ਪੰਜਾਬ ਨੂੰ ਵਧੀਆ ਬਣਾਉਣਾ ਹੈ, ਰੈਵਨਿਊ ਜਨਰੇਟ ਕਰਨਾ ਹੈ, ਇਹ ਕੇਜਰੀਵਾਲ ਸਰਕਾਰ ਨੂੰ ਦਿੱਲੀ ਦੇ ਵਿੱਚ ਵੀ ਜਿਹੜਾ ਉੱਥੇ ਬੈਠੇ ਉਹਨਾਂ ਨੂੰ ਪਤਾ ਹੈ ਪੰਜਾਬ ਦੇ ਵਿੱਚ ਰੈਵਨਿਊ ਜਿਹੜਾ ਇਕੱਠਾ ਕਰਨਾ ਕੋਈ ਔਖਾ ਕੰਮ ਨਹੀਂ। ਉਹਨਾਂ ਨੇ ਸ਼ੁਰੂ ਤੋਂ ਜਿਹੜੀ ਚੀਜ਼ ਬਣਾਈ ਹੋਈ ਸੀ, ਉਹਨਾਂ ਦੀ ਪਹਿਲੀ ਹਿੱਟ ਲਿਸਟ 'ਚ ਇਹ ਬੰਦੇ ਆਉਂਦੇ ਸੀ ਕਿ ਮਾਈਨਿੰਗ, ਸ਼ਰਾਬ
ਦੇਖੋ ਸੈਰ ਸਪਾਟੇ ਦੀ ਗੱਲ ਹੈ, ਉੱਥੋਂ ਵੀ ਰੈਵਨਿਊ ਬਹੁਤ ਆਉਣਾ ਹੈ। ਰੈਵਨਿਊ ਹੈ ਵੀ ਜੇ ਉਸ ਚੀਜ਼ ਦੇ ਉੱਤੇ ਧਿਆਨ ਦਿੱਤਾ ਜਾਊਗਾ ਤਾਂ ਹੀ ਆਊਗਾ ਰੈਵਨਿਊ। ਅੱਜ ਤੱਕ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ। ਇੱਥੋਂ ਲੋਕ ਦੇਖੋ ਰੈਵਨਿਊ ਦੇ ਸਿਰ, ਹਿਮਾਚਲ ਸਾਰਾ ਦੇਖੋ ਕਲੀਅਰ ਸਾਹਿਬ ਰੈਵਨਿਊ ਦੇ ਸਿਰ ਤੇ ਚੱਲ ਰਿਹਾ। ਇੱਥੇ ਸੈਰ ਸਪਾਟੇ ਦੇ ਕੰਮ ਹੀ ਆ, ਉੱਥੇ ਹੈ ਕੀ ਹੈ ਦੱਸੋ, ਸਾਰਾ ਟੂਰਿਜ਼ਮ ਹੀ ਹੈ। ਇੱਥੇ ਟੂਰਿਜ਼ਮ ਅਗਰ ਥੋੜਾ ਜਿਹਾ ਇਹਨੂੰ ਵਧੀਆ ਤਰੀਕੇ ਨਾਲ ਕਰ ਲੈਣ, ਔਰ ਯੰਗ ਬੰਦੇ ਆ ਬੈਂਸ ਸਾਹਿਬ, और बड़े वधिया लायक बंदे है, ठीक है, इंटैलीजेंट है, लायक है, और जेल मंत्रालय, कानून मंत्रालय, ये सारे मिलते जुलते डिपार्टमेंट भी इन्होंने मिले है, जेल मंत्रालय भी इन्होंने मिले है, और इन्होंने बड़े वधिया तरीके नाल 2-3 दिन पहला मीडिया के सामने अपने आप को रिप्रेजेंट किया कि भाई देखो मेरे कोलों किसी भी कोई रिश्तेदार नौकरियां दे बाबत कोई गलत काम के बारे मैंने कोई फोन ना करे, कोई फोन ना करे। और दूसरा पॉइंट है कि जेड़ा मैं सरकार नूं इहदा रोड मैप बना के दूंगा 6 महीने दे विच मैं माइनिंग दे उत्ते पॉलिसी बना दूंगा ਇਹੋ जी कि जेड़े लोग इत्थे सोचणगे कि भी ये किवें हो गया। ठीक है, अगला मंत्राला ट्रांसपोर्ट मंत्री बने आ लालजीत सिंह भुल्लर पट्टी तो आ। ਉਹ ਬੜੇ ਲੰਬੇ ਸਮੇਂ ਤੋਂ ਜਿਹੜਾ ਟਰਾਂਸਪੋਰਟ ਮੰਤਰਾਲਾ ਸੀਗਾ, ਭਾਵੇਂ ਕਿ ਉਹ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿਵੇਂ ਹੀ ਬਣੇ ਆ ਬੱਸਾਂ ਰੋਕੀਆਂ, ਉਸ ਤੋਂ ਬਾਅਦ ਛੱਡ ਵੀ ਦਿੱਤੀਆਂ, ਪਰ ਇਹਨਾਂ ਨੂੰ ਚੈਲੰਜ ਆ ਕਿਉਂਕਿ ਪ੍ਰਾਈਵੇਟ ਬੱਸਾਂ ਦਾ ਦਬਦਬਾ ਬਹੁਤ ਆ ਪੰਜਾਬ ਦੇ ਵਿੱਚ। ਦੇਖੋ ਇੱਥੇ ਜੋ ਗੁੰਡਾਗਰਦੀ ਜੋ ਅੱਜ ਤੱਕ ਇੰਨੇ ਸਾਲਾਂ ਦੇ ਵਿੱਚ ਹੁੰਦਾ ਰਿਹਾ, ਭਾਵੇਂ 111 ਦਿਨ ਦੀ ਸਰਕਾਰ ਨੇ ਰਾਜਾ ਵੜਿੰਗ ਨੇ ਕੋਸ਼ਿਸ਼ ਕੀਤੀ, ਦੇਖੋ ਕਹਿ ਸਕਦੇ ਆ ਨੋ ਡਾਊਟ, ਕਿਉਂਕਿ ਉਹ ਕੋਸ਼ਿਸ਼ ਨੂੰ ਭੁੱਲਣਾ ਨਹੀਂ ਚਾਹੀਦਾ। ਅੱਜ ਤੱਕ ਕਿਸੇ ਵੀ ਬੰਦੇ ਨੇ ਬਾਦਲਾਂ ਦੀ ਬੱਸ ਨੂੰ ਹੱਥ ਨਹੀਂ ਪਾਇਆ, और जिस उस बंदे ने भावें अपने टाइम के दौरान चाहे वो डायरैक्ट दुश्मनी मुल लैनी पई कुछ भी है, और उन्हें अपने आप को इस चीज का बयान भी किया भी राजा वड़िंग देखो जी मैं ये काम करके दिखाया, और ये काम मैं अपने लिए नहीं किया, ये काम मैं पंजाब सरकार लिए किया, रेवन्यू करोड़ों रुपये उस बंदे ने 111 दिन इकट्ठा करता। ਉਹ ਜਿਹੜੇ ਮੇਨ ਨੁਕਤੇ ਸੀਗੇ ਅੰਦਰੂਨੀ ਵੜ ਕੇ ਬੰਦਾ ਜਿਵੇਂ ਕਹਿੰਦੇ ਉਹ ਵੀ ਗੰਦ ਦੇ ਵਿੱਚ ਵੜ ਕੇ ਪਤਾ ਲੱਗਦਾ ਵੀ ਗੰਦਗੀ ਨੂੰ ਕਿਵੇਂ ਸਾਫ਼ ਕਰਨਾ ਹੈ, ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਖੁਲਾਸੇ ਕੀਤੇ ਵੀ ਇੱਕ ਜਿਹੜਾ ਇੱਕ ਪਰਮਿਟ ਦੇ ਉੱਤੇ 10-10 ਬੱਸਾਂ ਚੱਲ ਰਹੀਆਂ, 20 ਬੱਸਾਂ ਚੱਲ ਰਹੀਆਂ, ਜਿਹੜੀ ਬੱਸ ਦਾ 20 ਲੱਖ ਰੁਪਏ ਮਹੀਨੇ ਦਾ ਟੈਕਸ ਬਣਦਾ, ਸਾਲ ਦਾ ਟੈਕਸ ਬਣਦਾ, ਔਰ 20 ਲੱਖ ਦਾ ਟੈਕਸ ਸਾਲ ਦਾ 2 ਲੱਖ ਦਾ ਟੈਕਸ ਭਰਿਆ ਜਾ ਰਿਹਾ ਉਹਦਾ, ਇੰਨਾ ਟੈਕਸ ਚੋਰੀ ਕੀਤਾ ਹੋਇਆ। ਔਰ ਜਿਹੜਾ ਕਿ ਰਾਜਾ ਵੜਿੰਗ ਜੀ ਨੇ, ਔਰ ਇਹ ਜਿਹੜੀ ਚੀਜ਼ ਹੈ ਹੁਣ ਜਿਹੜੇ ਨਵੇਂ ਮੰਤਰੀ ਬਣੇ ਆ ਇਹਨਾਂ ਨੂੰ ਇੱਥੋਂ ਸੀਖ ਲੈਣੀ ਚਾਹੀਦੀ ਹੈ ਕਿ ਇਹ ਮੰਤਰਾਲਾ ਬੜਾ ਪ੍ਰੋਫਿਟੇਬਲ ਹੈ, ਜਿਹਨੂੰ ਬਿਲਕੁਲ ਜ਼ੀਰੋ ਕੀਤਾ ਹੋਇਆ, ਔਰ ਪੰਜਾਬ ਦੀ ਜਿਹੜੀ ਸਰਕਾਰ ਹੈ ਟਰਾਂਸਪੋਰਟ ਦੇ ਵਿੱਚ ਅੱਜ ਤੱਕ ਫੇਲ ਸਾਬਤ ਹੋਈ ਹੈ। ਠੀਕ ਹੈ, ਬੱਸਾਂ ਦੇ ਮਾਮਲੇ 'ਚ ਵਾਟਰ ਸਪਲਾਈ ਮੰਤਰੀ ਬਣੇ ਆ ਬ੍ਰਹਮ ਸ਼ੰਕਰ ਜਿੰਪਾ। ਵਾਟਰ ਸਪਲਾਈ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਵੀ ਕੁਝ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਪਾਣੀ ਦੇ ਮੁੱਦੇ ਨੂੰ ਲੈ ਕੇ, ਵਾਟਰ ਸਪਲਾਈ ਨੂੰ ਲੈ ਕੇ ਪਿੰਡਾਂ ਦੇ ਵਿੱਚ ਕਾਫੀ ਮੁਫਤ ਸੁਵਿਧਾ ਹੈਗੀ ਆ। ਕੀ ਮੰਨਦੇ ਹੋ ਕਿ ਸ਼ਹਿਰਾਂ 'ਚ ਕਿਸ ਤਰ੍ਹਾਂ ਦਾ ਮਾਹੌਲ ਆ? ਦੇਖੋ ਗੱਲ ਇਹ ਹੈ, ਪਿੰਡਾਂ ਦੇ ਵਿੱਚ ਵੀ ਈਵਨ ਸ਼ਹਿਰਾਂ ਦੇ ਵਿੱਚ ਵੀ ਸਹੂਲਤਾਂ ਦਿੱਤੀਆਂ ਸੀ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਔਰ ਇੱਕ ਬੀਤੀ ਦਿਨੀ ਤੁਹਾਨੂੰ ਇਹ ਗੱਲ ਵਿੱਚ ਹੀ ਤੁਹਾਨੂੰ ਦੱਸਦਾ ਨਾਲ ਇਹਦਾ ਵੀ ਬਾਰੇ ਕਿ ਵਾਟਰ ਸਪਲਾਈ ਦਾ ਦੇਖੋ ਜਿੰਨਾ ਕੁ ਜ਼ਰੂਰੀ ਹੈਗਾ ਹੀ ਹੈ। ਪਿਛਲੇ ਦਿਨੀ ਜਿਹੜੇ ਚੰਨੀ ਸਾਹਿਬ ਨੇ ਜੋ ਪਿੰਡਾਂ ਦੇ ਉੱਤੇ ਇੱਕ 11 ਫੈਸਲੇ ਜਿਹੜੇ ਕੀਤੇ ਸੀ, ਜਿਹਦੇ ਉੱਤੇ ਉਹਨਾਂ ਨੇ ਰੋਕ ਵੀ ਲਾਤੀ, ਕੱਲ ਦੀ ਹਜੇ ਲੇਟੈਸਟ ਨਿਊਜ਼ ਆ ਉਹ ਵੀ ਉਹਦੇ ਉੱਤੇ ਪੰਜਾਬ ਸਰਕਾਰ ਨੇ, ਭਗਵੰਤ ਮਾਨ ਜੀ ਨੇ ਜਿਹੜੇ ਉਹ ਫੈਸਲੇ ਸੀ ਉਹਨਾਂ ਤੇ ਰੋਕ ਲਾਤੀ ਵੀ ਲੋਕ ਸ਼ਾਇਦ ਇਹਦੇ ਵਿੱਚ ਇਹ ਵਿਰੋਧੀ ਧਿਰ ਨਾਲ ਦੇਖ ਰਹੇ ਆ ਕਿ ਜਿੰਨੀਆਂ ਰਾਇਤਾਂ ਇਹਨਾਂ ਨੇ ਦਿੱਤੀਆਂ ਸੀ, ਚਾਹੇ ਉਹ ਪਾਣੀ ਦੀ ਹੋਵੇ, ਬਿਜਲੀ ਦੀ ਹੋਵੇ, ਜਾਂ ਕੋਈ ਇਹੋ ਜਿਹੀਆਂ ਰਾਇਤਾਂ ਬੱਸਾਂ ਤੇ ਲੇਡੀਜ਼ ਫ੍ਰੀ ਚੱਲ ਰਹੀਆਂ, ਕਿ ਕਿਤੇ ਇਹਨਾਂ ਤੇ ਰੋਕ ਸਾਰਿਆਂ ਤੇ ਨਾ ਲੱਗ ਜਾਵੇ, ਐਸੀ ਕੋਈ ਗੱਲ ਨਹੀਂ ਹੈ। ਉਹਨਾਂ ਨੇ ਸਿਰਫ ਇਹੀ ਗੱਲ ਕਹੀ ਹੈ ਵੀ ਜਿਹੜਾ ਕੁਝ ਇਹ ਹੋਇਆ ਅਸੀਂ ਇਹਨੂੰ ਆਡਿਟ ਕਰਾਂਗੇ ਕਿ ਇਹ ਸਹੀ ਜਾ ਰਿਹਾ, ਸਹੀ ਹੋ ਰਿਹਾ, ਇਹ ਸਹੀ ਨਹੀਂ ਹੋ ਰਿਹਾ। ਇਹਦੇ ਕਰਕੇ ਜਿਹੜਾ ਪਾਣੀ ਦਾ ਮੁੱਦਾ ਹੈ, ਇਹ ਪਾਣੀ ਦਾ ਬਹੁਤ ਮਤਲਬ ਵਧੀਆ ਮੁੱਦਾ ਵੀ ਹੈ ਔਰ ਵਧੀਆ ਡਿਪਾਰਟਮੈਂਟ ਵੀ ਹੈ। ਪਾਣੀ ਦੇ ਡਿਪਾਰਟਮੈਂਟ ਦਾ ਦੇਖੋ ਸਾਡੀ ਜ਼ਿੰਦਗੀ ਦੇ ਨਾਲ ਬੜਾ ਵੱਡਾ ਰੋਲ ਹੈ ਸ਼ੁੱਧ ਪਾਣੀ ਮਿਲਣਾ। ਅਸੀਂ ਕਿਸੇ ਨੂੰ ਇਹ ਗੱਲ ਕਹਿੰਦੇ ਆ ਕਿ ਸਾਨੂੰ ਸਾਡੇ ਸ਼ਹਿਰ ਦੇ ਵਿੱਚ, ਜਿਹਨੂੰ ਆਪਾਂ ਕਈ ਵਾਰੀ ਇਹ ਗੱਲ ਕਹਿੰਦੇ ਕਿ ਸਾਨੂੰ ਸਾਡਾ ਸਿਟੀ ਹੈ ਉਹ ਇਸ ਤਰ੍ਹਾਂ ਦਾ ਸੁੰਦਰ ਬਣ ਜਾਵੇ, ਵਧੀਆ ਬਣ ਜਾਵੇ, ਜਿਹਨੂੰ ਆਪਾਂ ਆਪਣੇ ਵਧੀਆ ਸਿਟੀਆਂ ਦੇ ਵਿੱਚ ਨਾਮ ਲੈਂਦੇ ਆ, ਡ੍ਰੀਮ ਸਿਟੀ ਬਣਾਉਂਦੇ ਆ ਜਾਂ ਕੁਛ ਹੈ, ਉਹਦੇ ਵਿੱਚ ਸਭ ਤੋਂ ਪਹਿਲਾਂ ਕਿ ਤੁਹਾਨੂੰ ਸ਼ੁੱਧ ਪਾਣੀ ਮਿਲ ਰਿਹਾ। ਕਈ ਸ਼ਹਿਰ, ਕਈ ਮੁਹੱਲੇ, ਕਈ ਕੂਚੇ, ਕਈ ਗਲੀਆਂ, ਨਾਲੇ ਇਸ ਤਰ੍ਹਾਂ ਜਿਨ੍ਹਾਂ ਦੇ ਵਿੱਚ ਪਾਣੀ ਦਾ ਜਿਹੜਾ ਮਿਸ਼ਰਣ ਹੈ ਔਰ ਗਲੀਆਂ ਆਪਣੇ ਨਾਲਿਆਂ ਦੇ ਨਾਲ ਪਾਣੀ ਪੀਣ ਵਾਲੇ ਦੇ ਵਿੱਚ ਵੀ ਪਾਣੀ ਜਿਹੜੇ ਹੈ ਇਹ ਸੀਵਰੇਜ ਪ੍ਰਣਾਲੀ ਦੇ ਨਾਲ ਅਟੈਚ ਹੋ ਜਾਂਦਾ ਹੈ। ਇਹ ਬੜਾ ਧਿਆਨ ਨਾਲ ਦੇਖਣ ਵਾਲਾ ਡਿਪਾਰਟਮੈਂਟ ਹੈ, ਇਹ ਬੜਾ ਜ਼ਰੂਰੀ ਹੈ। ਇਹ ਜਿਹੜੀ ਚੀਜ਼ ਹੈ ਇਹਨੂੰ ਸੁਧਾਰਨ ਦੀ ਬਹੁਤ ਲੋੜ ਹੈ। ਪੇਂਡੂ ਵਿਕਾਸ ਤੇ ਪੰਚਾਇਤੀ ਮੰਤਰਾਲਾ ਮਿਲਿਆ ਵਾ ਕੁਲਦੀਪ ਸਿੰਘ ਧਾਲੀਵਾਲ ਨੂੰ।
ਪੰਚਾਇਤਾਂ ਤੇ ਹੁਣੇ ਰੋਕ ਲਗਾ ਦਿੱਤੀ, ਜਿਹੜੇ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਜੋ ਵੀ ਪੈਸੇ ਸੀ ਜਾਂ ਕੁਝ ਵੀ ਡਿਮਾਂਡਾਂ ਸੀ ਪੂਰੀਆਂ ਕਰਨ ਨੂੰ ਲੈ ਕੇ ਫੈਸਲੇ ਲਏ ਗਏ ਸਨ। ਪਰ ਹੁਣ ਪੰਚਾਇਤੀ ਡਿਪਾਰਟਮੈਂਟ ਨੂੰ ਲੈ ਕੇ ਨਵੀਂ ਸਰਕਾਰ ਬਣ ਗਈ ਹੈ ਤਾਂ ਨਵੀਂ ਸਰਕਾਰ ਵੀ ਇਹ ਚਾਹੂਗੀ ਕਿ ਹਰੇਕ ਪਿੰਡ ਦੇ ਵਿੱਚ ਸਾਡੇ ਹੀ ਸਰਪੰਚ ਪੰਚ ਹੋਣ, ਤੇ ਇਸ ਕੁਲਦੀਪ ਸਿੰਘ ਧਾਲੀਵਾਲ ਨੂੰ ਮਿਲਿਆ, ਕੀ ਮੰਨਦੇ ਹੋ? ਧਾਲੀਵਾਲ ਸਾਹਿਬ ਨੇ ਦੇਖੋ ਜਿਹੜਾ ਇਹ ਗੱਲ ਕੀ ਹੈ, ਉਹਨਾਂ ਨੂੰ ਡਿਪਾਰਟਮੈਂਟ ਬਹੁਤ ਵਧੀਆ ਮਿਲਿਆ। ਉਹ ਜਿਹੜੀ ਪਿੰਡਾਂ ਦੀ ਹੋਏ ਤਾਂ ਕਹਿੰਦੇ ਪੰਚਾਇਤਾਂ ਨਾਲ ਤੇ ਸ਼ਹਿਰਾਂ ਦੀ ਕੌਂਸਲਰਾਂ ਨਾਲ, ਕਿਉਂਕਿ ਹਜੇ ਕੌਂਸਲਰਾਂ ਦਾ 1 ਸਾਲ ਪਿਆ, ਉਹ ਤਕਰੀਬਨ ਇਹਨਾਂ ਦਾ ਵੀ ਪਿਆ। ਦੇਖੋ ਆਉਣ ਵਾਲਾ ਟਾਈਮ ਹੈ, ਅੱਜ ਤੱਕ ਜੋ ਸ਼ੁਰੂ ਤੋਂ ਲੈ ਕੇ ਅੱਜ ਤੱਕ ਹੁੰਦਾ ਆਇਆ, ਜਿਹੜੀਆਂ ਪਾਰਟੀ ਸੱਤਾਧਾਰ ਹੁੰਦੀ ਹੈ ਉਹਨਾਂ ਨੂੰ 101% ਸਪੋਰਟ ਹੁੰਦੀ ਮਿਲ ਜਾਂਦੀ ਹੈ, ਕਿਉਂਕਿ ਉਹ ਸਪੋਰਟ ਆਉਣ ਵਾਲੇ ਟਾਈਮ 'ਚ ਉਮੀਦ ਹੈ ਕਿ ਸ਼ਾਇਦ ਉਹ ਅਗਰ ਇਹਨਾਂ ਦੇ ਕੰਮ, ਇਹਨਾਂ ਦੇ ਜਿਹੜੇ ਆ ਪਹਿਲੇ 4 ਮਹੀਨੇ 6 ਮਹੀਨੇ ਦੇ ਕੰਮ ਹੈ, ਉਹ ਕੰਮਾਂ ਦੇ ਦੇਖ ਰੇਖ ਨੂੰ ਦੇਖ ਕੇ ਇਹ ਚੀਜ਼ਾਂ ਦਾ ਬਦਲਾਵ ਆਊਗਾ। ਔਰ ਪਿੰਡਾਂ ਦਾ ਜਿਹੜਾ ਵਿਕਾਸ ਹੈ ਉਹ ਤਾਂ ਦੇਖੋ ਕਲੇਰ ਸਾਹਿਬ ਇਹਨਾਂ ਨੂੰ ਕਰਨਾ ਹੀ ਪੈਣਾ, ਚਾਹੇ ਉਹਨਾਂ ਨੇ ਹੁਣ ਇਹ ਜਿਹੜਾ 11 ਜਿਹੜੀਆਂ ਇਹਨਾਂ ਨੇ ਕੀਤੀਆਂ ਸੀ ਪੰਚਾਇਤੀ ਦੀਆਂ, ਉਹ ਰੋਕ ਵੀ ਲਾਈ ਹੈ, ਲੇਕਿਨ ਉਹ ਇੱਕ ਮੁੱਦਾ ਇਹ ਹੈ ਵੀ ਉਹਨਾਂ ਨੂੰ ਦੇਖਣਾ ਪਏਗਾ ਕਿ ਇਹ ਕਿਸ ਚੀਜ਼ ਦੇ ਵਕਤ ਤੇ ਸੀਗਾ, ਕਿਉਂ ਸੀਗਾ, ਇਹਦਾ ਕਾਰਨ ਕੀ, ਸਹੀ ਜਗ੍ਹਾ ਤੇ ਚੱਲ ਰਿਹਾ ਸੀ ਕਿ ਨਹੀਂ, ਇਹਦਾ ਮਤਲਬ ਇਹ ਸੀ। ਲਾਲਚੰਦ ਕਟਾਰੂ ਚੱਕ ਵਾ ਫੂਡ ਐਂਡ ਸਪਲਾਈ ਮੰਤਰਾਲਾ ਮਿਲਿਆ ਹੈ। ਫੂਡ ਐਂਡ ਸਪਲਾਈ ਨੂੰ ਲੈ ਕੇ ਪੰਜਾਬ ਦੇ ਵਿੱਚ ਇਹ ਬੜਾ ਔਖਾ ਰਿਹਾ ਹੈ ਕਿ ਕਿਸਾਨਾਂ ਨੂੰ ਸਮਾਨ ਰੱਖਣ ਵਾਸਤੇ, ਸਬਜ਼ੀਆਂ ਰੱਖਣ ਵਾਸਤੇ, ਫਸਲਾਂ ਰੱਖਣ ਵਾਸਤੇ ਨਾਲ ਦੀ ਨਾਲ ਜਿਹੜਾ ਆਪਣਾ ਫੂਡ ਹੁੰਦਾ ਵਾ ਔਖਾ ਰਹਿੰਦਾ ਹਮੇਸ਼ਾ। ਕਲੇਰ ਸਾਹਿਬ ਮੈਂ ਤੁਹਾਨੂੰ ਇਸ ਡਿਪਾਰਟਮੈਂਟ ਨੂੰ ਥੋੜਾ ਜਿਹਾ ਜ਼ਰੂਰ ਦੱਸਣਾ ਚਾਹੂੰਗਾ ਔਰ ਆਪਣੇ ਸਰੋਤਿਆਂ ਨੂੰ ਵੀ ਦੱਸਣਾ ਚਾਹਾਂਗਾ, ਇਹ ਬਹੁਤ ਹੀ ਅਹਿਮ ਡਿਪਾਰਟਮੈਂਟ ਹੈ ਜਿਹਦੇ ਨਾਲ ਸੈਂਟਰ ਗਵਰਨਮੈਂਟ ਜੁੜੀ ਹੋਈ ਹੈ। ਫੂਡ ਸਪਲਾਈ ਦਾ ਡਿਪਾਰਟਮੈਂਟ ਜਿਹੜਾ ਕਿ ਪਿਛਲੀ ਸਰਕਾਰ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਜੀ ਕੋਲ ਰਿਹਾ ਡਿਪਾਰਟਮੈਂਟ, ਫੂਡ ਡਿਪਾਰਟਮੈਂਟ, ਉਹਦਾ ਮੇਨ ਕਾਰਨ ਇਹ ਹੈ ਕਿ 50 ਹਜ਼ਾਰ ਕਰੋੜ ਰੁਪਏ ਦੀ ਇੱਕ ਸਾਲ ਦੇ ਵਿੱਚ 1 ਲੱਖ ਕਰੋੜ ਦੀ ਘੱਟੋ ਘੱਟ ਟਰਨਓਵਰ ਇਸ ਡਿਪਾਰਟਮੈਂਟ ਨੂੰ ਹੁੰਦੀ ਹੈ ਕਿ ਜਿਹੜੀ ਅਸੀਂ ਸਰਕਾਰਾਂ ਜਿਹੜੀਆਂ ਹੈਗੀਆਂ ਆਪਣੇ ਕਿਸਾਨਾਂ ਤੋਂ ਇਹ ਕਣਕ ਔਰ ਪਲੱਸ ਝੋਨਾ ਖਰੀਦਦੀਆਂ, ਔਰ ਇਹਦੇ ਵਿੱਚ ਬਹੁਤ ਜ਼ਿਆਦਾ ਧਿਆਨ ਦੇਣ ਵਾਲਾ ਕੰਮ ਹੈ। ਧਿਆਨ ਦੇਣ ਦਾ ਕੰਮ ਇਹ ਹੈ ਕਿ ਦੇਖੋ ਟਰਾਂਸਪੋਰਟ, ਇਹਦੀ ਟਰਾਂਸਪੋਰਟੇਸ਼ਨ ਦਾ ਕੰਮ ਹੈ, ਉਹਦੇ ਚ ਕਪੜਾ, ਇਹਦੇ ਬਾਰਦਾਨੇ ਦਾ ਕੰਮ ਹੈ, ਉਹਦੇ ਚ ਕਪੜਾ, ਠੀਕ ਹੈ। ਸਹੀ ਟਾਈਮ ਤੇ ਬਾਰਦਾਨਾ ਨਹੀਂ ਮਿਲਣਾ, ਸਹੀ ਟਾਈਮ ਤੇ ਕਣਕ ਨਹੀਂ ਚੱਕੀ ਜਾਣੀ। ਹੁਣ ਕਣਕ ਦਾ ਆ ਰਿਹਾ ਟਾਈਮ, ਅਪ੍ਰੈਲ ਵਿਸਾਖੀ ਤੋਂ ਸਟਾਰਟ ਹੋ ਜਾਂਦਾ, 13 ਅਪ੍ਰੈਲ ਤੋਂ ਸ਼ੁਰੂ ਹੋ ਜਾਂਦਾ, ਉਹ ਟਾਈਮ ਆ ਰਿਹਾ ਤਾਜ਼ਾ ਅੱਗੇ, ਸਹੀ ਟਾਈਮ ਤੇ ਚੱਕੇ ਜਾਣਾ। ਫਿਰ ਇਸ ਤੋਂ ਇਲਾਵਾ ਜਦੋਂ ਚੱਕਿਆ ਜਾਵੇ ਤੇ ਕਿਸਾਨਾਂ ਨੂੰ ਦੂਜੇ ਦਿਨ ਤੀਜੇ ਦਿਨ 48 ਘੰਟੇ 72 ਘੰਟੇ 'ਚ ਪੇਮੈਂਟ ਨਾ ਮਿਲਣਾ, ਇਹ ਬੜੇ ਵੱਡੇ ਰੋਲ ਹੈ। ਪੁਰਾਣੀਆਂ ਰਵਾਇਤਾਂ ਜਿਹੜੀਆਂ ਰਹੀਆਂ, ਜਿਵੇਂ ਕਿ ਆਪਾਂ ਕਰਪਸ਼ਨ ਦੀ ਗੱਲ ਕਰਦੇ ਹਾਂ, ਜਿਵੇਂ ਕੇਜਰੀਵਾਲ ਸਾਹਿਬ ਦਾ ਪਹਿਲਾ ਮੁੱਦਾ ਹੀ ਹੈ ਕਿ ਮੈਨੂੰ ਕੋਈ ਵੀ ਪੰਜਾਬ ਦੇ ਵਿੱਚ ਮੈਂ ਕਰਪਸ਼ਨ ਨਹੀਂ ਬਰਦਾਸ਼ਤ ਕਰ ਸਕਦਾ। ਕੇਜਰੀਵਾਲ ਦਾ ਪਹਿਲੀ ਸਟੇਟਮੈਂਟ ਇਹੀ ਹੈ ਕਿ ਬਾਕੀ ਮੈਂ ਸਭ ਕੁਝ ਬਰਦਾਸ਼ਤ ਕਰ ਸਕਦਾ, ਕਿ ਮੈਂ ਕਰਪਸ਼ਨ ਨਹੀਂ ਬਰਦਾਸ਼ਤ ਕਰ ਸਕਦਾ, ਕਿਉਂਕਿ ਕਰਪਸ਼ਨ ਸਾਡੇ ਦੇਸ਼ ਦੇ ਉੱਤੇ, ਸਾਡੇ ਸੂਬੇ ਦੇ ਉੱਤੇ ਇੱਕ ਧੱਬਾ ਹੈ ਔਰ ਉਹ ਰੈਵਨਿਊ ਨੂੰ ਸਭ ਤੋਂ ਵੱਡੀ ਸੱਟ ਹੈ। ਠੀਕ ਹੈ। ਬੀਤੇ ਦਿਨੇ ਮੈਨੂੰ ਕਈ ਐਗਜ਼ਾਮਪਲਾਂ ਦੇਖਣ ਨੂੰ ਮਿਲੀਆਂ ਵੀ ਹੈ ਔਰ ਦੇਖਿਆ ਵੀ ਹੈ, ਔਰ ਉਹ ਇਹ ਜਿਹੜੀ ਚੀਜ਼ ਹੈ ਇਹ ਬਹੁਤ ਵਧੀਆ ਉਹਨਾਂ ਦਾ ਸਟੈਪ ਹੈ। ਇਹ ਜਿਹੜਾ ਇਸ ਡਿਪਾਰਟਮੈਂਟ ਦੇ ਵਿੱਚ ਇਹ ਦੇਖਣਾ ਪਊਗਾ ਕਿ ਇਹ ਡਿਪਾਰਟਮੈਂਟ ਦਾ ਕਿੰਨਾ ਪਾਰਟ ਰੈਵਨਿਊ ਜਨਰੇਟ ਕਰਕੇ ਇਹਨਾਂ ਵੱਲ ਆਉਂਦਾ ਹੈ ਔਰ ਕਿੰਨਾ, ਕਿਉਂਕਿ ਇਹਦੇ ਉੱਤੇ ਦੇਖੋ ਜਿਹੜੀਆਂ ਸਰਕਾਰਾਂ ਵੱਲੋਂ ਮੰਡੀ ਬੋਰਡ ਦੀਆਂ ਬੋਰਡ ਬਣਿਆ ਹੋਇਆ, ਮੰਡੀ ਬੋਰਡ ਨੂੰ ਕਮਿਸ਼ਨ ਮਿਲਦੀ ਆ, ਉੱਥੇ ਪੰਚਾਇਤੀ ਰਾਜ ਦੇ ਜਿਹੜੇ ਕੰਮ ਨੇ ਸਾਰੇ ਉਹ ਇਹਨਾਂ ਦੇ ਨਾਲ, ਇਹ ਫੂਡ ਸਪਲਾਈ ਦੇ ਡਿਪਾਰਟਮੈਂਟਾਂ ਨੂੰ, ਜਿਵੇਂ ਬਾਰਦਾਨਾ, ਆੜਤੀਆਂ ਦਾ ਕੰਮ ਹੈ, ਆੜਤੀਆਂ ਦਾ ਵੀ ਸਿਸਟਮ ਹੈ, ਇਹ ਸਾਰਾ ਜਿਹੜਾ ਰੈਵਨਿਊ ਬਹੁਤ ਜਨਰੇਟ ਹੁੰਦਾ। ਇਹ ਜਿਹੜਾ ਧਿਆਨ ਦੇਣ ਵਾਲਾ ਡਿਪਾਰਟਮੈਂਟ ਹੈ, ਇਹਦੇ ਵਿੱਚ ਕਾਫੀ ਹੱਦ ਤੱਕ ਸੁਣਨ ਚ ਆਇਆ ਕਿ ਇਹਦੇ ਚੋਂ ਕਾਫੀ ਕਰਪਸ਼ਨ ਹੁੰਦੀ ਹੈ, ਇਹਦੇ ਉੱਤੇ ਜ਼ਿਆਦਾ ਧਿਆਨ ਰੱਖਣ ਵਾਲਾ। ਤੇ ਨਾਲ ਦੀ ਨਾਲ ਤੁਸੀਂ ਕਰਪਸ਼ਨ ਦੀ ਗੱਲ ਕੀਤੀ ਆ, 9501 200 200 ਨੰਬਰ ਭਗਵੰਤ ਮਾਨ ਸਾਹਿਬ ਦੇ ਵੱਲੋਂ ਜਾਰੀ ਕੀਤਾ ਗਿਆ ਕਿ ਜਿਹੜਾ ਵੀ ਕਰਪਸ਼ਨ ਕਰੂਗਾ ਉਸ ਤੁਸੀਂ ਆਡੀਓ ਵੀਡੀਓ ਜਾਂ ਫੋਨ ਕਰਕੇ ਦੱਸ ਸਕਦੇ ਹੋ। ਪਰ ਲੋਕਾਂ ਦੇ ਮਨਾਂ ਦੇ ਵਿੱਚ ਡਿਫਰੈਂਟ ਸਵਾਲ ਵਾ, ਤੁਸੀਂ ਕੀ ਕਹਿੰਦੇ ਹੋ, ਐਗਜ਼ੈਕਟ ਫੋਨ ਕਰਨ ਹੋ ਕਿ ਕੀ ਕਰਨ, ਕਿਵੇਂ ਕਰਨ ਹੋ? ਦੇਖੋ ਗੱਲ ਇਹ ਹੈ, ਜਿਹਨੇ ਲੋਕਾਂ ਨੂੰ, ਜਿਹੜੇ ਸਾਡੇ ਦੋਸਤਾਂ ਮਿੱਤਰਾਂ ਨੂੰ, ਵਿਊਅਰਸ ਨੂੰ ਨਹੀਂ ਪਤਾ ਚੱਲਿਆ, ਉਹਨਾਂ ਨੂੰ ਇੱਕ ਵਾਰੀ ਫਿਰ ਦੱਸ ਦੇਣਾ ਚਾਹੁੰਦੇ ਹਾਂ। ਇਹ ਐਂਟੀ ਕਰਪਸ਼ਨ ਦਾ ਮਤਲਬ ਕੀ ਹੈਗਾ ਹੈ ਕਿ ਤੁਹਾਨੂੰ ਜਿਹੜਾ ਇਹ ਫੋਨ ਕਾਲ WhatsApp ਕਾਲ ਹੈ, WhatsApp ਕਾਲ ਦਾ ਮਤਲਬ ਹੈ ਤੁਸੀਂ ਵੀਡੀਓ ਬਣਾਓ ਚਾਹੇ ਆਡੀਓ ਬਣਾਓ, ਬਣਾ ਕੇ ਇਸ ਨੰਬਰ ਦੇ ਉੱਤੇ ਤੁਸੀਂ ਪੋਸਟ ਕਰ ਦਿਓ ਜੀ। ਸੀਐਮ ਭਗਵੰਤ ਮਾਨ ਜੀ ਨੇ ਕਲੀਅਰ ਸ਼ਬਦਾਂ ਦੇ ਵਿੱਚ ਇਹ ਕਿਹਾ ਹੈ ਕਿ ਮੇਰਾ ਜਿਹੜਾ ਸੀਐਮ ਡਿਪਾਰਟਮੈਂਟ ਦਾ ਜਿਹੜਾ ਆਫਿਸ ਹੈ ਉਹ ਤੁਹਾਡੀ ਗੱਲ ਪੂਰੇ ਗੌਰ ਨਾਲ ਉਹਦੀ ਇਨਕੁਆਇਰੀ ਕਰੂਗੀ, ਜੇ ਸਾਨੂੰ ਉਹਦੇ ਚ ਕੁਝ ਸੱਚਾਈ ਲੱਗੂਗੀ। ਔਰ ਉਹਨਾਂ ਦਾ ਇਹ ਹੈ, ਜਿਵੇਂ ਕਿ ਕੱਲ ਹਜੇ ਸ਼ੁਰੂ ਹੋਇਆ ਨੰਬਰ, ਤੇ ਲੋਕਾਂ ਨੇ ਇਹਦੇ ਉੱਤੇ ਗਲਤ ਜਿਹੜੇ ਤੰਜ ਵੀ ਕੱਸਣੇ ਸ਼ੁਰੂ ਕਰ ਦਿੱਤੇ ਔਰ ਗਲਤ ਤਰੀਕੇ ਨਾਲ ਇਹਨੂੰ ਮਿਸਯੂਜ਼ ਕਰਨਾ ਵੀ ਸ਼ੁਰੂ ਕਰਤਾ। ਉਹਦਾ ਕਾਰਨ ਇਹ ਹੈ ਵੀ ਅਨਨੈਸੈਸਰੀ
ਡਿਪਾਰਟਮੈਂਟਾਂ 'ਚ ਜਾ ਕੇ ਥ੍ਰੈਟ ਕਰਨਾ, ਗਲਤ ਵੀਡੀਓ ਬਣਾਉਣਾ ਕਿ ਮੈਂ ਭਗਵੰਤ ਮਾਨ ਜੀ ਨੇ ਇਹ ਕਿਹਾ ਕਿ ਭਾਈ ਜੇ ਕੋਈ ਕੰਮ ਨਹੀਂ ਕਰੂਗਾ ਤੇ ਉਸ ਕੰਮ ਨਹੀਂ ਕਰੂਗਾ ਤੇ ਤੁਸੀਂ ਉਹਦੀ ਵੀਡੀਓ ਬਣਾ ਕੇ, ਬਿਲਕੁਲ ਨਹੀਂ ਇਹ ਕਿਹਾ। ਉਹਨਾਂ ਨੇ ਕਿਹਾ ਕਿ ਕੋਈ ਰਿਸ਼ਵਤ ਲੈਂਦਾ ਹੋਵੇ ਉਹਦੀ ਆਵਾਜ਼ ਰਿਕਾਰਡਿੰਗ ਕਰੋ, ਉਹਦੀ ਵੀਡੀਓ ਬਣਾਓ, ਤੁਹਾਡਾ ਕੰਮ ਦਾ। ਉਹਨਾਂ ਨੇ ਇਸ ਚੀਜ਼ ਦਾ ਕਿਹਾ ਵੀ ਇਹ ਕਰਪਸ਼ਨ ਲੈਣ ਵਾਲੇ ਬੰਦੇ ਦੇ ਉੱਤੇ ਸਿਰਫ ਉਹਨਾਂ ਨੇ ਕੀਤਾ ਵੀ ਤਾਂ ਕਿ ਮੈਂ ਆਪਣੇ ਸੂਬੇ ਦੇ ਵਿੱਚ ਕਰਪਸ਼ਨ ਨਹੀਂ ਹੋਣ ਦੇਣੀ। ਲੋਕ ਜਿਹੜਾ ਹੈਗਾ ਇਹਦਾ ਗਲਤ ਮਤਲਬ ਕੱਢ ਕੇ ਕਿ ਐਵੇਂ ਜਿਹੜੇ ਅਨਨੈਸੈਸਰੀ, ਦੇਖੋ ਇੱਥੇ ਉਹਨਾਂ ਨੇ ਕਲੀਅਰ ਵਰਡਾਂ 'ਚ ਕਿਹਾ ਕਿ ਸਹਿਯੋਗ ਦੇਣ ਨਾਲ ਕੰਮ ਹੋਣਾ ਹੈ, ਡਿਪਾਰਟਮੈਂਟ ਦੇ ਜਿੰਨੇ ਬੰਦੇ ਆ ਉਹਨਾਂ ਨਾਲ ਮਿਲ ਕੇ ਕੰਮ ਕਰਨਾ ਹੈ। ਈਵਨ ਜਿਹੜੇ ਪਹਿਲੇ 4-5 ਦਿਨ ਦੇ ਵਿੱਚ ਜਿਹੜੇ ਐਕਟਿਵ ਮੋਡ ਦੇ ਵਿੱਚ ਐਮਐਲਏ ਵੀ ਆਏ ਸੀ, ਭਗਵੰਤ ਮਾਨ ਜੀ ਨੇ ਉਹਨਾਂ ਨੂੰ ਵੀ ਕਿਹਾ ਤੇ ਕਿਸੇ ਨੇ ਕੋਈ ਛਾਪਾ ਨਹੀਂ ਮਾਰਨਾ, ਕਿਸੇ ਨੇ ਕੋਈ ਇਹੋ ਜਿਹੀ ਰੇੜਾ ਨਹੀਂ ਮਾਰਨੀਆਂ ਕਿ ਜਿਹਦੇ ਵਿੱਚ ਆਪਣਾ ਇੰਪ੍ਰੈਸ਼ਨ ਖਰਾਬ ਹੋਵੇ। ਔਰ ਡਿਪਾਰਟਮੈਂਟ ਦੇ ਲੋਕਾਂ ਨੂੰ ਆਪਣੇ ਭਰਾ ਹੈ, ਆਪਣੇ ਨਾਲ ਮੋਢੇ ਨਾਲ ਮੋਢਾ ਚੱਲ ਕੇ ਆਪਾਂ ਉਹਨਾਂ ਨਾਲ ਰਲ ਕੇ ਕੰਮ ਕਰਨਾ। ਇਹ ਜਿਹੜੇ ਹੈ ਉਹਨਾਂ ਨੇ ਇਸ ਕਰਕੇ ਜਿਹੜਾ ਟੈਲੀਫੋਨ ਜਿਹੜਾ ਹੈਗਾ ਉਹ ਅਨਾਉਂਸ ਕੀਤਾ। ਪਰ ਨਾਲ ਦੀ ਨਾਲ ਦੇਖਦੇ ਆ ਕਈ ਲੋਕ ਨਾ ਤੜਕੇ ਉੱਠਦੇ ਆ, ਗੁੱਡ ਮਾਰਨਿੰਗ ਦਾ ਮੈਸੇਜ ਭੇਜਦੇ ਆ ਤੇ ਬ੍ਰੌਡਕਾਸਟ ਲਿਸਟ ਬਣੀ ਹੁੰਦੀ ਆ। ਕਈਆਂ ਨੇ ਕਹਿੰਦੇ ਵੀ ਨੰਬਰ ਦੇ ਵਿੱਚ ਆ ਵੀ ਨੰਬਰ ਸ਼ਾਮਲ ਕਰ ਲਿਆ ਕਿ ਅਸੀਂ ਗੁੱਡ ਮਾਰਨਿੰਗ ਕਰ ਦਿਆ ਕਰਾਂਗੇ। ਉਹਨਾਂ ਨੂੰ ਵੀ ਜ਼ਰੂਰ ਦੱਸੋ ਇੱਕ ਵਾਰੀ। ਗੱਲ ਇਹ ਹੈ, ਲੋਕਾਂ ਨੂੰ ਇਹ ਵੀ ਦੱਸਣਾ ਬੜਾ ਜ਼ਰੂਰੀ ਹੈ ਵੀ ਇਹ ਨੰਬਰ ਲੈ ਕੇ ਭਗਵੰਤ ਮਾਨ ਜੀ ਹੱਥ 'ਚ ਨਹੀਂ ਬੈਠੇ ਕਿ ਤੁਹਾਡੀ ਗੁੱਡ ਮਾਰਨਿੰਗ ਦੇਖਣੀ ਹੈ ਉਹਨਾਂ ਨੇ ਜਾਂ ਤੁਹਾਨੂੰ ਸਲੂਟ ਮਾਰਨਾ, ਸਲਾਮ ਮਾਰਨੀ ਹੈ। ਬੜੇ ਸਮਝਦਾਰ, ਬਹੁਤ ਮੁੱਦੇ ਹੁੰਦੇ ਆ ਪੰਜਾਬ ਦੇ ਔਰ ਬਹੁਤ ਕੰਮ ਹੁੰਦੇ ਆ। ਸੂਬੇ ਦੇ ਫਸਟ ਪਰਸਨ ਨੇ ਜਿਹੜੇ ਕਿ ਸੀਐਮ ਸਾਹਿਬ ਸਾਡੇ, ਉਹਨਾਂ ਨੂੰ ਸਾਰੇ ਸੂਬੇ ਦਾ ਦੇਖਣਾ ਕਿੱਥੇ ਕੋਈ ਤਕਲੀਫ ਹੈ, ਚਲਦਾ ਕੰਮ ਹੁੰਦਾ ਹੈ। ਉਹ ਕਿਤੇ ਕੰਮ ਦੇ ਦੌਰਾਨ ਕੋਈ ਕਿਸੇ ਦੀ ਡੈਥ ਹੋ ਜਾਂਦੀ ਹੈ, ਇਹੋ ਜਿਹਾ ਕੋਈ ਐਕਸੀਡੈਂਟ ਹੋ ਜਾਂਦਾ ਹੈ, ਕੋਈ ਮੰਤਰੀ ਨਾਲ ਕੋਈ ਇਹੋ ਜਿਹੀ ਸਹਿਚਾਰ ਵਾਪਰ ਜਾਂਦੀ ਹੈ, ਕੋਈ ਐਕਸੀਡੈਂਟ ਇਸ ਤਰ੍ਹਾਂ ਦਾ ਵੱਡਾ ਮੋਟਰ ਗੱਡੀ ਦਾ ਵੱਡੀ, ਉਹ ਬੜਾ ਕੁਝ ਦੇਖਣਾ ਹੁੰਦਾ। ਕੋਈ ਸ਼ਹੀਦੀ ਕੰਮ ਆ ਜਾਂਦਾ। ਇਹ ਸਾਰੀਆਂ ਚੀਜ਼ਾਂ ਹੁਣ ਉਹਨਾਂ ਨੇ ਗੁੱਡ ਮਾਰਨਿੰਗ ਵਾਸਤੇ ਇਹ ਕੰਮ ਨਹੀਂ ਦਿੱਤਾ ਤੇ ਲੋਕਾਂ ਨੂੰ ਇਹ ਗੱਲ ਸਮਝ ਆਉਣੀ ਚਾਹੀਦੀ ਹੈ। ਜੇਕਰ ਲੋਕਾਂ ਦੇ ਵੀ ਅਜਿਹੇ ਮੈਸੇਜ ਆਉਣ ਲੱਗ ਜਾਣਗੇ ਜਿਹੜੇ ਅਸਲੀ ਵਿੱਚ ਸ਼ਿਕਾਇਤਾਂ ਹੋਣਗੇ, ਕਿਤੇ ਨਾ ਕਿਤੇ ਉਹ ਪਿੱਛੇ ਰਹਿ ਸਕਦੇ, ਪਿੱਛੇ ਰਹਿਣਗੇ, ਰੁਕਣਗੀਆਂ। ਉਹ ਬੜੀ ਜ਼ਰੂਰੀ ਧਿਆਨ ਰੱਖਣ ਵਾਲੀ ਗੱਲ ਹੈ। ਸਰਕਾਰ ਸਾਬਕਾ ਦੀ ਗੱਲ ਕਰਦੇ ਆ, ਸਾਬਕਾ ਤੋਂ ਸਾਬਕਾ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਇੱਕ ਬਿਆਨ ਆਇਆ, ਆਪਣੇ ਵਰਕਰਾਂ ਨੂੰ ਕਿਹਾ ਕਿ ਮੇਰੇ ਹੁੰਦੇ ਹੋਏ ਤੁਹਾਡੀ ਹਵਾ ਵੱਲ ਵੀ ਕੋਈ ਝਾਕ ਨਹੀਂ ਸਕਦਾ। ਇਹ ਬਿਆਨ ਨੂੰ ਤੁਸੀਂ ਕਿਵੇਂ ਲੈ ਕੇ ਚੱਲਦੇ ਹੋ? ਕਲੇਰ ਸਾਹਿਬ ਦੇਖੋ ਗੱਲ ਇਹ ਹੈ, ਅਕਾਲੀ ਦਲ ਦੇ ਬਾਬਾ ਬੋੜ ਕਹਿਣ ਵਾਲੇ ਐਡੇ ਕੱਦਵਾਰ ਨੇਤਾ ਔਰ ਜਿਨ੍ਹਾਂ ਨੇ ਕੀ ਐਡੀ ਵੱਡੀ ਆਪਣੀ ਪੂਰੀ ਕਹਿ ਲੋ ਵੀ 25-28 ਸਾਲ ਦੀ ਉਮਰ ਤੋਂ ਲੈ ਕੇ ਹੁਣ 92 ਸਾਲ ਦੀ ਉਮਰ ਤੱਕ ਰਾਜ ਕੀਤੇ ਔਰ ਇੰਨਾ ਵੱਡਾ ਪੋਲਿਟਿਕਸ ਵਿੱਚ ਉਹਨਾਂ ਦੇ ਹੱਥੋਂ ਕਿਹੜੀ ਚੀਜ਼ ਨਹੀਂ ਨਿਕਲੀ। ਈਵਨ ਇੱਥੇ ਤੱਕ ਸ਼ਾਇਦ ਕਈ ਸਰੋਤਿਆਂ ਨੂੰ ਇਹ ਨਹੀਂ ਪਤਾ ਹੋਏਗਾ ਕਿ ਉਹ ਕਾਂਗਰਸ ਵਿੱਚ ਵੀ ਰਹੇ ਆ ਔਰ ਕਾਂਗਰਸ ਦੇ ਐਮਐਲਏ ਵੀ ਰਹੇ ਆ ਔਰ ਅਕਾਲੀ ਦਲ ਦੇ ਦੇਖੋ ਸੀਐਮ ਵੀ ਰਹੇ 5 ਵਾਰ ਦੇ। ਤੇ ਇਸ ਕਰਕੇ ਉਹਨਾਂ ਨੇ ਹਰ ਚੀਜ਼ ਦੇਖੀ ਹੈ। ਔਰ ਜਿਹੜੀ ਇਹੋ ਜੀ ਗੱਲ ਬੋਲਣੀ, ਹਵਾ ਦੇਣ ਵਾਲੀ ਗੱਲ, ਇਹ ਜਿਹੜੀ ਵੀ ਕਿਸੇ ਨੂੰ ਭਾਈ ਮਤਲਬ ਤੁਹਾਡੇ ਵੱਲ ਕੋਈ ਹਵਾ ਝਾਕ ਨਹੀਂ ਸਕਦਾ ਤੁਹਾਡੇ, ਇਹਨੂੰ ਕੁਝ ਦੂਸਰੇ ਤਰੀਕੇ ਨਾਲ ਦੇਖਿਆ ਜਾਵੇ ਕਿ ਧਮਕੀ ਭਰਾ। ਇਹ ਮੈਨੂੰ ਇਹ ਲੱਗਦਾ ਕਿ ਇਹੋ ਜੀ ਗੱਲ ਉਹਨੂੰ ਕਰਨਾ ਨਹੀਂ ਚਾਹੀਦਾ, ਅੰਦਰੋਂ ਜਾਣਦਾ ਨਹੀਂ ਉਹ। ਹਾਂ, ਹਜੇ ਉਹ ਜਿਹੜੀ ਕਹਿੰਦੇ ਨਾ ਵੀ ਮਿਨਿਸਟਰੀਪਨ ਕਹਿ ਲਓ ਜਾਂ ਕਹਿ ਲਓ ਵੀ ਤੁਸੀਂ ਵੀ ਇੱਕ ਆਪਣਾ ਕੱਦਵਰ ਨੇਤਾ ਹੈਗੇ ਕਿ ਮੈਂ ਬੈਠਾ ਜੀ, ਮੇਰੇ ਹੁੰਦਿਆਂ ਐ ਨਾ ਹੋਵੇ, ਤੁਸੀਂ ਚਿੰਤਾ ਨਾ ਕਰੋ। ਕੀ ਕਰਨਗੇ? ਧਮਕੀ ਦੇਣਗੇ ਫਿਰ। ਮੈਂ ਉਹ ਕਹਿਣ ਦਾ ਭਾਵ ਹੈ ਕਿ ਤੁਸੀਂ ਦੇਖੋ ਉਹਨਾਂ ਨੂੰ ਇਹ ਗੱਲ ਕਹੋ ਕਿ ਭਾਈ ਕੋਈ ਗੱਲ ਨਹੀਂ, ਹਾਰ ਜਿੱਤ ਹੁੰਦੀ ਹੈ, ਹਾਰ ਜਿੱਤ ਜਿਹੜੀ ਹੈ ਐਕਸੈਪਟ ਕੀਤੀ ਹੈ। ਈਵਨ ਸੁਖਬੀਰ ਬਾਦਲ ਜੀ ਨੇ ਕਈ ਵਾਰੀ ਕਿਹਾ ਇਹ ਹਾਰ ਜਿੱਤ ਦੀ ਜ਼ਿੰਮੇਵਾਰੀ ਮੈਂ ਲੈਣਾ। ਬੜੀ ਵਧੀਆ ਗੱਲ ਕੀਤੀ। ਮੈਂ ਕਹਿੰਦਾ ਉਹਨਾਂ ਦੇ ਵਿੱਚ ਥੋੜੀ ਮੈਚਿਓਰਿਟੀ, ਦੇਖੋ ਹਾਰ ਤੋਂ ਬਾਅਦ ਬੰਦੇ ਨੂੰ ਜ਼ਿਆਦਾ ਸਿਖਲਾਈ ਮਿਲਦੀ ਹੈ, ਉਹਨਾਂ 'ਚ ਥੋੜੇ ਦਿਨਾਂ ਤੋਂ ਮੈਚਿਓਰਿਟੀ ਦੇਖਣ ਨੂੰ ਮਿਲੀ ਵੀ ਹੈ। ਭਾਵੇਂ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਪੂੰਜਾ ਫਿਰ ਗਿਆ ਹੋਵੇ, ਜਿਹੜੀਆਂ ਇੰਨੀਆਂ 3 ਸੀਟਾਂ ਆਉਣੀਆਂ ਮਤਲਬ ਬੜੀ, ਉਹ ਮੈਨੂੰ ਤਾਂ ਮੇਰੇ ਤਾਂ ਗਲੇ ਤੋਂ ਨਹੀਂ ਉਤਰ ਰਹੀਆਂ ਜੀ ਕਲੇਰ ਸਾਹਿਬ ਇਹ ਗੱਲ ਜੀ। ਕਾਂਗਰਸ ਵਾਲੇ ਹਾਰ ਵੀ ਗਏ ਨੇ, ਮੰਥਨ ਵੀ ਵਾਰ-ਵਾਰ ਕਰੀ ਜਾਂਦੇ ਆ, ਪਰ ਹਜੇ ਵੀ ਕਾਂਗਰਸ ਦੇ ਜਿਹੜੇ ਪੁਰਾਣੇ ਗ੍ਰਹਿ ਮੰਤਰੀ ਸਾਹਿਬ ਹੁਣ ਭਾਵੇਂ ਕਿ ਉਹ ਕੈਬਨਿਟ ਮੰਤਰੀ ਹੁਣ ਨਵਜੋਤ ਸਿੰਘ ਸਿੱਧੂ ਨੂੰ ਕੋਸਣਾ ਨਹੀਂ ਛੱਡਦੇ ਪਏ। ਸੁਖਜਿੰਦਰ ਰੰਧਾਵਾ ਦਾ ਬਿਆਨ ਆਇਆ ਕਿ ਉਹਨਾਂ ਦੀ ਗੱਲ ਕਰੋ ਹੀ ਨਾ। ਇਹ ਹਜੇ ਵੀ ਮੰਥਨ ਚੱਲੀ ਜਾਂਦੇ, ਕੀ ਕਰ ਲਗੀ ਹੈ? ਦੇਖੋ ਗੱਲ ਇਹ ਹੈ, ਮੇਰਾ ਖਿਆਲ ਹੈ ਬੜਾ ਅੱਛੀ ਤਰ੍ਹਾਂ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਵੀ ਸਾਡੇ ਪੱਲੇ ਕੀ ਹੈ। ਹਾਈ ਕਮਾਂਡ ਤੱਕ ਸਾਰੀ ਪੂਰੀ ਇੰਡੀਆ ਲੈਵਲ ਦੀ, ਪੂਰੇ ਕੰਟਰੀ ਦੀ ਆਪਣੀ ਕਾਂਗਰਸ ਹਿੱਲ ਗਈ। ਇਸ ਟਾਈਮ ਜੋ ਉੱਪਰ ਤੱਕ ਮੰਥਨ ਚੱਲ ਰਿਹਾ ਵੀ ਕੱਲ ਨੂੰ ਗਾਂਧੀ ਪਰਿਵਾਰ ਨੇ ਰਹਿਣਾ ਕਿ ਨਹੀਂ ਰਹਿਣਾ, ਕਿ G23 ਨੇ ਆਣਾ ਜਾਂ ਉਹਨਾਂ ਦੇ ਵਿੱਚੋਂ ਕਿਸੇ ਨੇਤਾ ਨੇ ਆਣਾ, ਹਜੇ ਉਹਦਾ ਵੀ ਕੋਈ ਪਤਾ ਨਹੀਂ। ਤੇ ਪੰਜਾਬ ਦਾ ਸੂਬਾ ਤੇ ਇੱਕ ਬਾਕੀ ਸੂਬਿਆਂ 'ਚ ਇੱਕ ਸੂਬਾ ਹੈ, ਠੀਕ ਹੈ ਨਾ। ਦੂਸਰੀ ਗੱਲ, ਇਹਨਾਂ ਨੂੰ ਇਹ ਵੀ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਸਿਰਫ ਪੂਰੇ ਹਿੰਦੁਸਤਾਨ 'ਚ ਸਿਰਫ 2 ਸੂਬਿਆਂ 'ਚ ਹੁਣ ਕਾਂਗਰਸ ਹੈ ਔਰ ਇੱਕ ਉਹ ਜਾਂਦੀ ਵੀ ਕੋਈ ਪਤਾ ਨਹੀਂ ਲੱਗਣੀ। ਸੈਕੰਡ ਗੱਲ ਇਹ ਹੈ ਵੀ ਜਿਹੜੀ ਆਹ ਗੱਲ ਹੈ
ਆਪਣੇ ਆਪ ਦੇ ਵਿੱਚ ਈਗੋ ਰੱਖਣੀ ਜਾਂ ਆਪਣੇ ਆਪ ਦੇ ਵਿੱਚ ਇਹ ਲੜਾਈ ਝਗੜਾ ਜਿਹੜਾ ਕਾਟੋ ਕਲੇਸ਼ ਹੈ, ਇਹ ਵੀ ਗੱਲ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਡੁੱਬੇ ਕਿੱਥੇ ਆ, ਪਤਾ ਸਭ ਨੂੰ ਪਤਾ ਹੈ। ਚਾਹੇ ਉਹ ਸੁਖਵਿੰਦਰ ਰੰਧਾਵਾ ਹੋਵੇ, ਚਾਹੇ ਚਰਨਜੀਤ ਚੰਨੀ ਹੋਣ, ਚਾਹੇ ਆਪਣਾ ਸਿੱਧੂ ਸਾਹਿਬ ਹੋਣ, ਤੇ ਚਾਹੇ ਜਾਖੜ ਸਾਹਿਬ ਹੋਣ, ਇਹ ਸਾਰਿਆਂ ਨੂੰ ਪਤਾ ਹੈ ਵੀ ਸਾਡੀ ਹਾਰ ਦਾ ਕਾਰਨ ਕੀ ਹੈ। ਜੇ ਇਹੀ ਸਾਰੇ ਜਦੋਂ 111 ਦਿਨ ਦੀ ਸਰਕਾਰ ਇਹਨਾਂ ਨੂੰ ਮਿਲੀ ਸੀ, ਅਗਰ ਇਕਜੁੱਟ ਹੋ ਕੇ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਇੱਕ ਦੂਜੇ ਦੀਆਂ ਲੱਤਾਂ ਬਾਹਾਂ ਨਾ ਖਿੱਚਦੇ ਔਰ ਸਭ ਨੂੰ ਕੁਰਸੀ ਪਿਆਰੀ ਨਾ ਹੁੰਦੀ, ਉਹ ਕੋਈ ਕਹਿੰਦਾ ਕੁਰਸੀ ਮੈਨੂੰ ਮਿਲ ਜਵੇ, ਕੋਈ ਕਹਿੰਦਾ ਕੁਰਸੀ ਮੈਨੂੰ ਮਿਲ ਜਵੇ, ਈਵਨ ਇੱਥੇ ਤੱਕ ਕਿ ਪ੍ਰਿੰਕਾ ਗਾਂਧੀ ਔਰ ਰਾਹੁਲ ਗਾਂਧੀ ਜੀ ਨੇ ਵੀ ਜਿਹੜਾ ਚਰਨਜੀਤ ਸਿੰਘ ਚੰਨੀ ਦੇ ਜਿਹੜਾ ਦਾ ਖੇਲਿਆ ਸੀ, ਉਹ ਵੀ ਉਹਨਾਂ ਨੂੰ ਪੁੱਠਾ ਪੈ ਗਿਆ। ਠੀਕ ਹੈ, ਦੇਖੋ ਇਹ ਬਹੁਤ ਵੱਡੀ ਗੱਲ ਹੈ, ਇਹ ਮੰਥਨ ਕਰਨ ਵਾਲੀ ਗੱਲ ਹੈ। ਮੰਥਨ ਇਹਨਾਂ ਦੇ ਅੰਦਰ ਹਜੇ ਵੀ ਹੋ ਰਿਹਾ, ਹਜੇ ਵੀ ਉਹਨਾਂ ਨੂੰ ਇਹ ਗੱਲ ਦੇ ਸੁਪਨੇ ਆਉਂਦੇ ਹੋਣੇ ਆ ਵੀ ਇਹ ਹੋ ਕੀ ਗਿਆ। ਉਹਦਾ ਕਾਰਨ ਇਹ ਇੰਨੀ ਸੋਚ ਤਾਂ ਉਹਨੇ ਸੋਚੀ ਵੀ ਨਹੀਂ ਸੀ ਵੀ ਅਸੀਂ 18 ਤੇ ਸਿਮਟ ਕੇ ਰਹਿ ਜਾਾਂਗੇ, ਕਿਉਂਕਿ ਇਹ ਦੇਖੋ ਕਿਸੇ ਵੀ ਮੀਡੀਆ ਨੇ ਇਹ ਗੱਲ ਨਹੀਂ ਦਵਾਈ ਕਿ 17 18 ਤੇ ਰਹਿ ਜੂਗੀ। ਹਰ ਬੰਦੇ ਨੇ 35 40 45 ਤੋਂ ਤੱਕ ਤਾਂ ਰੱਖੀਆਂ ਹੀ ਸੀਟਾਂ। ਉਹਦਾ ਕਾਰਨ ਇਹ ਹੈ ਕਿ ਇਹ ਜਿਹੜਾ ਲੜਾਈ ਕਲੇਸ਼ ਸੀਗਾ, ਇਹ ਲੜਾਈ ਕਲੇਸ਼ ਨੇ ਇਹ ਜਿਹੜਾ ਕੰਮ ਇਹਨਾਂ ਦਾ ਖਰਾਬ ਕੀਤਾ। ਇੱਕ ਤੁਸੀਂ ਗੱਲ ਕਰ ਰਹੇ ਸੀ, ਗ੍ਰਹਿ ਮੰਤਰੀ ਸਾਹਿਬ ਨੇ ਅੱਜ ਵੀ ਸਿੱਧੂ ਦੇ ਬਾਰੇ ਜਿਹੜਾ ਗੱਲ ਬੋਲੀ ਹੈ ਕਿ ਭਾਈ ਤੁਸੀਂ ਗੱਲ ਚੁੱਪ ਰਹਿਣ ਦਿਓ, ਇਸ ਗੱਲ ਨੂੰ ਬਸ ਇਹਦਾ ਮਤਲਬ ਤੁਸੀਂ ਸਮਝ ਸਕਦੇ ਹੋ ਚੰਗੀ ਤਰ੍ਹਾਂ ਕਿ ਦੇਖੋ ਗੱਲ ਇਹ ਹੈ, ਸਿੱਧੂ ਸਾਹਿਬ ਕੋਲ ਵੀ ਹੁਣ ਮੌਕਾ ਹੈ ਹਰ ਗੱਲ ਬੋਲਣ ਦਾ, ਲੇਕਿਨ ਉਹ ਮੇਰੇ ਹਿਸਾਬ ਨਾਲ ਜੇ ਹਾਰ ਵੀ ਗਏ, ਸਰਕਾਰ ਵੀ ਨਹੀਂ ਬਣੀ, 18 ਵੀ ਬੰਦੇ ਜਿੱਤੇ ਆ, ਲੇਕਿਨ ਫਿਰ ਮੰਥਨ ਕਰ ਰਹੇ ਆ ਔਰ ਅੱਜ ਵੀ ਉਸ ਚੀਜ਼ ਨੂੰ ਸਮਝ ਰਹੇ ਆ। ਜਿਹੜੀ ਉਹਨਾਂ ਦੀ ਸਟੇਟਮੈਂਟ ਸੁਣੀ ਕਿ ਮੈਂ ਕਾਂਗਰਸ ਨਹੀਂ ਛੱਡੂੰਗਾ, ਜੋ ਮਰਜ਼ੀ ਹੋ ਜਾਵੇ। ਪਿਛਲੇ ਦਿਨੀ ਉਹਨਾਂ ਦੇ ਉੱਤੇ ਬੜੀਆਂ ਗੱਲਾਂ ਵੀ ਬਾਹਰ, ਬੜੀਆਂ ਕਲਿਊ ਵੀ ਬਣੇ, ਇਹੋ ਜਿਹੇ ਛੋਟੇ ਛੋਟੇ ਰੀਲਾਂ ਵੀ ਬਣੀਆਂ ਜਿਹਦੇ ਚ ਉਹਨਾਂ ਨੇ ਕਿਹਾ ਸ਼ਾਇਦ ਹੁਣ ਇਹ ਰਾਜਨੀਤੀ ਛੱਡ ਜਾਣਗੇ, ਹੋ ਸਕਦਾ ਕਿ ਸ਼ਾਇਦ ਰਾਜਨੀਤੀ ਛੱਡ ਜਾਣਗੇ। ਲੇਕਿਨ ਅੱਜ ਵੀ ਉਹ ਆਪਣੇ ਪੁਰਾਣੇ ਮਿੱਤਰਾਂ ਨੂੰ, ਸੱਜਣਾਂ ਨੂੰ ਉਹਨਾਂ ਨੇ ਬਾਹਰ ਆ ਕੇ ਗੱਲ ਕਰਕੇ ਦੁਬਾਰਾ ਆ ਕੇ ਉਸ ਚੀਜ਼ ਨੂੰ ਕੋਸ਼ਿਸ਼ ਕੀਤੀ ਹੈ ਕਿ ਉਹਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਹਜੇ ਜਿਹੜਾ ਇਹਨਾਂ ਦੇ ਮੰਥਨ ਚੱਲ ਰਿਹਾ, ਹਜੇ ਤਾਂ ਕਲੇਰ ਸਾਹਿਬ ਇਹ ਤੁਹਾਨੂੰ ਪਤਾ ਹੀ ਹੋਣਾ, ਹਜੇ ਤਾਂ ਇਹਨਾਂ ਨੂੰ ਆਪਣਾ ਲੀਡਰ ਨਹੀਂ ਮਿਲ ਰਿਹਾ ਵੀ ਲੀਡਰ ਕਿਹਨੂੰ ਬਣਾਇਆ ਜਾਵੇ, ਐਲਓਪੀ ਦਾ ਲੀਡਰ ਕਿਹਨੂੰ ਬਣਾਇਆ ਜਾਵੇ। ਔਰ ਹਜੇ ਪ੍ਰਧਾਨਗੀ ਕੋਈ ਨਹੀਂ ਹੈ ਕਿਸੇ ਕੋਲੇ, ਸੰਘ ਬਣੂਗਾ ਕਿਹੜਾ ਪ੍ਰਧਾਨ, ਜੋ ਹੈ ਤਾਂ ਪਤਾ ਨਹੀਂ ਇਹਨਾਂ ਦੀ ਲੜਾਈ ਕੀ ਹੋਣੀ ਹੈ। ਹਜੇ ਵੀ ਇਹ ਅਕਲ ਸਿੱਖ ਲੈਣ, ਸਮਝ ਲੈਣ। ਸਾਡੀ ਐਜ਼ ਏ ਜਰਨਲਿਸਟ ਇਹਨਾਂ ਨੂੰ ਸੁਜੈਸ਼ਨ ਹੈ, ਅਸੀਂ ਕਰ ਤਾਂ ਨਹੀਂ ਸਕਦੇ ਕੁਝ, ਨਾ ਕਹਿ ਸਕਦੇ ਹਾਂ, ਸੁਜੈਸ਼ਨ ਦੇ ਸਕਦੇ ਹਾਂ ਕਿ ਲੜਾਈ ਜਿਹੜਾ ਕਾਟੋ ਕਲੇਸ਼ ਹੈ ਇਹ ਲੋਕੀ ਨਹੀਂ ਪਾਉਂਦੇ, ਇਹਨੂੰ ਲੋਕਾਂ ਦੇ ਆਪਣੇ ਬੜੇ ਮੁੱਦੇ ਸੀ ਲੋਕਾਂ ਨੂੰ ਕੰਮ ਨਾਲ ਮਤਲਬ ਹੈ, ਲੋਕਾਂ ਨੂੰ ਆਪਣੇ ਪੰਜਾਬ ਨਾਲ ਮਤਲਬ, ਸਾਡਾ ਪੰਜਾਬ, ਸਾਡਾ ਖੁਸ਼ੀ ਪੰਜਾਬ। ਅਸੀਂ ਵੀ ਇਹ ਗੱਲ ਚਾਹਾਂਗੇ ਕਿ ਸਾਡੇ ਪੰਜਾਬ ਨੂੰ ਖੁਸ਼ੀ ਮਿਲੇ, ਸਾਡਾ ਪੰਜਾਬ ਸੋਨੇ ਦੀ ਚਿੜੀਆ ਬਣੇ। ਅਸੀਂ ਇਹਨਾਂ ਦੇ ਕਾਟੋ ਕਲੇਸ਼ਾਂ ਤੋਂ ਕੀ ਲੈਣਾ, ਚਾਹੇ ਕੋਈ ਵੀ ਪਾਰਟੀ ਹੈ। ਸਾਡੇ ਲਈ ਤਾਂ ਚੱਲ ਆਮ ਆਦਮੀ ਪਾਰਟੀ, ਕੱਲ ਨੂੰ ਇਹਨਾਂ 'ਚ ਵੀ ਕਾਟੋ ਕਲੇਸ਼ ਸ਼ੁਰੂ ਹੋ ਜਾਏਗਾ। ਕਿਹਾ ਜਾਂਦਾ ਕਿ ਹਜੇ ਵੀ ਜਿਵੇਂ ਜਿਹੜੇ 5-7 ਲੀਡਰਾਂ ਨੂੰ ਮੰਤਰਾਲਿਆ ਨਹੀਂ ਮਿਲਿਆ, ਅੰਦਰੋਂ ਅੰਦਰ ਹੀ ਉਹ ਵੀ ਰੁੱਸੇ ਬੈਠੇ ਆ, ਪਰ ਲੱਗਦਾ ਨਹੀਂ ਜਦੋਂ ਸਾਹਮਣੇ ਆਊਗਾ ਉਦੋਂ ਗੱਲ ਕਰਾਂਗੇ। ਹਜੇ ਤੱਕ ਕੋਈ ਸਾਨੂੰ ਇਹੋ ਜਿਹੀ ਕੋਈ ਇੱਕ ਦੋ ਸਟੇਟਮੈਂਟਾਂ ਮੁੱਦੇ ਆਪੋਜੀਟ ਨੇ ਰਵਾਇਤੀ ਪਾਰਟੀਆਂ ਨੂੰ ਉਠਾਏ ਆ ਕਿ ਆਹ ਨਾਰਾਜ਼ ਹੈ ਜੀ, ਉਹ ਨਾਰਾਜ਼ ਹੈ, ਬਟ ਲੇਕਿਨ ਨਾਰਾਜ਼ ਹੈ ਉਹ ਤਾਂ ਜਦੋਂ ਸਾਹਮਣੇ ਆਊਗਾ ਪਤਾ ਲੱਗੂਗਾ। ਅੱਛਾ, ਨਾਲ ਦੀ ਨਾਲ ਲੁਧਿਆਣਾ ਦੀ ਜਿਹੜੀ ਸਥਿਤੀ ਕਰਦੇ ਆ ਰਾਜਨੀਤੀ ਨੂੰ ਲੈ ਕੇ, ਸਾਰੇ ਪਾਸੇ ਆਮ ਆਦਮੀ ਪਾਰਟੀ ਦੇ ਐਮਐਲਏ ਆ, ਪਰ ਨਾਲ ਦੀ ਨਾਲ 1-2 ਸੀਟਾਂ ਤੇ ਰੌਲਾ ਪੈ ਗਿਆ ਐਮਐਲਏਆਂ ਦਾ। ਕੀ ਗੱਲ ਕੀ ਹੈ? ਸੀਟਾਂ ਤੇ ਰੌਲਾ, ਜਿਵੇਂ ਕਿ ਕਹਿੰਦੇ ਗਿੱਲ ਸੀਟ ਬੜੀ ਵੱਡੀ ਆ, ਉੱਥੇ ਸੰਗੋਵਾਲ ਸਾਹਿਬ ਜਿੱਤੇ ਆ। ਉਹ ਗੱਲ ਇਹ ਆ, ਦੇਖੋ ਗੱਲ ਕਲੇਰ ਸਾਹਿਬ, ਹਜੇ ਜਿਵੇਂ ਸਰਕਾਰਾਂ ਬਣੀਆਂ, ਪਾਰਟੀਆਂ ਬਣਦੀਆਂ, ਨਵੇਂ ਕਈ ਦੋਸ਼ ਲੱਗਦੇ ਆ ਕਿ ਭਾਈ ਰਿਸ਼ਵਤ ਦੇ ਦੋਸ਼ ਲੱਗ ਗਏ, ਫਲਾਣੇ ਦੋਸ਼ ਲੱਗ ਗਏ। ਇਹ ਦੋਸ਼ ਹੈ, ਝੂਠੇ ਵੀ ਲੱਗਦੇ ਆ। ਜਦੋਂ ਨਵਾਂ ਕੋਈ ਬੰਦਾ ਬਣਦਾ ਹੈ ਨਾ, ਕਈਆਂ ਨੂੰ ਤਕਲੀਫ ਹੁੰਦੀ ਆ ਕਿ ਭਾਈ ਕਿਉਂ ਬਣ ਗਿਆ, ਇਹਨੂੰ ਇਹ ਕਿੰਨਾ ਕੁ ਪੜਿਆ ਲਿਖਿਆ ਸੀ, ਇਹਨੂੰ ਕਿਹੜਾ ਇੰਨੀ ਸਮਝ ਸੀ, ਇਹ ਬਣ ਵੀ ਕਿਵੇਂ ਗਿਆ। ਇਹ ਜਿਹੜੀ ਚੀਜ਼ ਹੈਗੀ ਹਜੇ ਥੋੜਾ ਸਬਰ ਕਰਨ ਦੀ ਲੋੜ ਹੈ। ਦੋਸ਼ ਲਾਉਣ ਦਾ ਟਾਈਮ ਦੇਖੋ ਜ਼ਰੂਰ ਜਦੋਂ ਆਊਗਾ ਉਦੋਂ ਸਾਰੇ ਦੋਸ਼ ਲਾਉਣਗੇ, ਉਹ ਨਜ਼ਰ ਵੀ ਆਊਗਾ। ਔਰ ਅਸੀਂ ਵੀ ਜਿਹੜਾ ਸਾਡਾ ਚੈਨਲ ਵੀ ਬਿਨਾਂ ਅਥੈਂਟਿਕਲੀ, ਬਿਨਾਂ ਦੂਸਰੀ ਪਾਰਟੀ ਦਾ ਜਾਂ ਬਿਨਾਂ ਪੱਖ ਲਿਆ, ਅਸੀਂ ਕੋਈ ਵੀ ਇਸ ਤਰ੍ਹਾਂ ਦੀ ਖਬਰ ਨਹੀਂ ਲਾਉਂਦੇ ਕਿ ਜਿਹੜੇ ਸਾਡੀ ਸਰੋਤਿਆਂ ਨੂੰ ਉਸ ਗੱਲ ਦੇ ਉੱਤੇ ਨਾ ਪਸੰਦਗੀ ਹੋਵੇ। ਅਸੀਂ ਕੰਮ ਉਹ ਕਰਦੇ ਹਾਂ, ਸੁੱਚੀ ਸਾਚੀ ਜਿਹੜੀ ਖਬਰ ਹੈ ਪੂਰੇ ਤੱਥਾਂ ਦੇ ਹਿਸਾਬ ਨਾਲ ਅਸੀਂ ਖਬਰ ਲਾਉਂਦੇ ਹਾਂ। ਸਮਾਂ ਜ਼ਿਆਦਾ ਦਿੰਦਾ ਨਹੀਂ। ਇੱਕ ਲਾਸਟ ਸਵਾਲ ਵਾ ਕਿ ਜਿਸ ਤਰ੍ਹਾਂ ਅਗੇਤਰੀ ਗਰਮੀ ਆ ਗਈ ਹੈ, ਪਹਿਲਾਂ ਹੀ ਮਾਰਚ ਦੇ ਮਹੀਨੇ ਦੇ ਵਿੱਚ ਗਰਮੀ ਪੈਂਦੀ ਪਈ ਹੈ, ਲੋਕ ਡਰਦੇ ਪਏ ਆ ਕਿ ਇੰਨੀ ਛੇਤੀ ਗਰਮੀ ਆ ਗਈ, ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਣੂਗਾ। ਤਾਂ ਦੂਸਰੇ ਪਾਸੇ ਕਿਸਾਨ ਡਰੇ ਹੋਏ ਆ ਕਿਉਂਕਿ ਕਣਕਾਂ ਦੇ ਵਿੱਚ ਕਹਿੰਦੇ ਆ ਕਿ ਨਵੀਂ ਬਿਮਾਰੀ ਸ਼ੁਰੂ ਹੋ ਗਈ ਆ, ਧੱਬੇ ਲੱਗਣ ਲੱਗ ਪਏ ਨੇ। ਮੌਸਮ ਵਿਗਿਆਨੀ ਕਹਿੰਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਨਹੀਂ ਪੈਣਾ, ਤੇ ਲੋਕਾਂ ਨੂੰ ਕੀ ਸੁਨੇਹਾ, ਕਿਵੇਂ ਬਚਣ ਉਹ? ਦੇਖੋ ਗੱਲ ਇਹ ਹੈ, ਇੱਕ ਚੀਜ਼ ਸਭ ਤੋਂ ਪਹਿਲੀ ਗੱਲ ਹੈ, ਜਿਹੜੀ ਵੇਸਟ ਕਰਦੇ ਆ ਆਪਾਂ ਬਿਜਲੀ, ਪਹਿਲਾਂ ਤਾਂ ਉਹ ਬਿਜਲੀ ਨੂੰ ਸੰਭਾਲਣ ਦੀ ਲੋੜ ਹੈ।
ਜਦ ਤੱਕ ਥੋੜੇ ਦਿਨ ਤੱਕ ਜਿਵੇਂ ਕਹਿ ਸਕਦੇ ਹਾਂ ਕਿ ਯੁੱਧ ਹਜੇ ਲੱਗਾ ਹੋਇਆ, ਕੋਲੇ ਦੀ ਹਜੇ ਘਾਟ ਹੈ, ਕੰਜ਼ੰਪਸ਼ਨ ਨੂੰ ਹੀ ਆਪਾਂ ਰੋਕ ਕੇ ਘੱਟ ਕਰਕੇ ਜਿੱਥੇ ਜ਼ਰੂਰਤ ਪਵੇ ਉੱਥੇ ਵਰਤੋ, ਜਿੱਥੇ ਨਹੀਂ ਜ਼ਰੂਰਤ ਤੇ ਨਾ ਵਰਤੋ, ਇਹ ਚੀਜ਼ ਕਰਕੇ ਜ਼ਿਆਦਾ ਸਭ ਤੋਂ ਪਹਿਲਾਂ ਸਮਝਣ ਦੀ ਲੋੜ ਹੈ। ਬਾਕੀ ਰਹਿ ਗਈ ਗੱਲ ਸਹੂਲਤਾਂ ਹਰ ਤਰ੍ਹਾਂ ਦੀਆਂ, ਏਸੀ ਦੀ ਸਭ ਤਰ੍ਹਾਂ ਦੀ ਲੋਕਾਂ ਨੂੰ ਸਹੂਲਤ ਹੈ, ਔਰ ਫਿਰ ਪਿੰਡਾਂ ਦੇ ਵਿੱਚ ਤਾਂ ਵੈਸੇ ਹੀ ਮੌਸਮ ਵੈਸੇ ਹੀ ਸੁਖਾਉਣਾ ਹੁੰਦਾ, ਉਹ ਲੋਕ ਆਪਣੇ ਪਿੰਡ ਘਰਾਂ ਤੋਂ ਬਾਹਰ ਨਿਕਲ ਕੇ ਆਪਣੇ ਖੇਤਾਂ ਚਲ ਜਾਂਦੇ ਆ ਤੇ ਉੱਥੇ ਵਧੀਆ ਤਰੀਕੇ ਦਾ ਹੈ। ਇੱਥੇ ਵੀ ਨੇੜੇ ਨੇੜੇ ਪਿੰਡਾਂ ਦੇ ਵਿੱਚ ਬੜਾ ਕੁਝ, ਜਿਵੇਂ ਹੁਣ ਸ਼ਹਿਰਾਂ ਦੇ ਵਿੱਚ ਬੜੇ ਵਧੀਆ ਵਧੀਆ ਕਲੱਬ ਬਣ ਗਏ ਹਰ ਚੀਜ਼ ਦਾ। ਕੋਸ਼ਿਸ਼ ਕਰੋ ਜਿਵੇਂ ਘਰਾਂ 'ਚ ਵੀ ਰਹਿੰਦੇ ਆ, ਅਗਰ ਏਸੀ ਚੱਲ ਰਿਹਾ ਤੇ ਕੋਸ਼ਿਸ਼ ਕਰੋ ਉਹਦੇ ਵਿੱਚ ਵੀ ਸਾਰੇ ਬੰਦੇ ਇੱਕ ਜਗ੍ਹਾ ਤੇ ਹੀ 5-6 ਕਮਰਿਆਂ 'ਚ ਬੰਦੇ ਹੈਗੇ ਤੇ 5-6 ਹੀ ਏਸੀ ਚੱਲਦੇ ਹੁੰਦੇ ਆ। ਜੇ ਔਖਾ ਟਾਈਮ ਹੈ ਤਾਂ ਇੱਕ ਕਮਰੇ 'ਚ ਵੀ 2 ਕਮਰਿਆਂ 'ਚ ਵੀ ਕੰਮ ਚਲਾ ਸਕਦੇ। ਠੀਕ ਹੈ। ਇੱਕ ਚੀਜ਼ ਜਿਹੜੀ ਹੈਗੀ ਹੈ ਕਲੇਰ ਸਾਹਿਬ, ਮੈਂ ਆਪਣੇ ਸਰੋਤਿਆਂ ਨੂੰ ਵੀ ਦੱਸਣਾ ਚਾਹੂੰਗਾ, ਉਹ ਇਹ ਹੈ ਜੀ ਕਿ ਕਈ ਬੰਦਿਆਂ ਤੋਂ ਈਵਨ ਇੱਥੇ ਰਵਾਇਤੀ ਪਾਰਟੀਆਂ ਨੇ ਵੀ ਜ਼ਿਕਰ ਕੀਤਾ ਹੈ ਪਿਛਲੇ ਦਿਨੀ ਜਿਹੜੇ 5 ਜਿਹੜੇ ਰਾਜ ਸਭਾ ਦੇ ਮੈਂਬਰ ਬਣੇ, ਉਹ ਜਿਹੜਾ ਬੜਾ ਮੁੱਦਾ ਜਿਹੜਾ ਜ਼ਰੂਰੀ ਦੱਸਣਾ ਹੈ ਵੀ ਆਪਾਂ ਉਸ ਦੇ ਉੱਤੇ ਕਿ ਆਪਾਂ ਇਹਨਾਂ ਆਪਣੇ ਸਰੋਤਿਆਂ ਨੂੰ ਦੱਸੀਏ। ਉਹਦੇ ਬਾਰੇ ਤੁਹਾਡਾ ਵੀ ਮੈਂ ਥੋੜਾ ਤੁਹਾਡੇ ਤੋਂ ਵੀ ਸੁਣਨਾ ਚਾਹੁੰਦਾ ਵੀ ਤੁਸੀਂ ਕੀ ਸਮਝਦੇ ਹੋ। ਦੇਖੋ ਇਸ ਤਰ੍ਹਾਂ ਵਾ ਕਿ ਜਿਹੜੇ ਰਾਜ ਸਭਾ ਦੇ ਮੈਂਬਰ ਬਣੇ ਆ, ਉੱਥੇ ਭਜਨ ਸਿੰਘ ਦੀ ਗੱਲ ਹੋਵੇ ਜਾਂ ਉਹ ਦਿੱਲੀ ਤੋਂ ਆਏ ਆ ਜਿਹੜੇ ਮੈਂਬਰ ਵਾ, ਤੇ ਨਾਲ ਦੇ ਨਾਲ ਜੀ LPU ਦੇ ਆਪਣੇ ਚਾਂਸਲਰ ਹੁਣ ਉਹਨਾਂ ਦੀ ਗੱਲ ਹੋਵੇ, ਕਈ ਅਜਿਹੇ ਮੈਂਬਰ ਬਣੇ ਆ, ਇੱਕ ਇੱਕ ਕਰਕੇ ਮੈਂ ਨਾਮ ਲਵਾਂਗਾ, ਪਰ ਇਸ ਸਭ ਦੇ ਵਿੱਚ ਜਿਹੜੀ ਮੇਨ ਚੀਜ਼ ਲੋਕਾਂ ਨੇ ਕਹੀ ਹੈ, ਉਹ ਲੋਕਾਂ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਉਮੀਦ ਸੀ ਕਿ ਜਿਹੜੀ ਆਵਾਜ਼ ਵਾ ਉਹ ਪੰਜਾਬ ਤੋਂ ਉੱਠਣੀ ਚਾਹੀਦੀ ਸੀ। ਮੈਂ ਇਹ ਗੱਲ ਤਾਂ ਤੁਹਾਨੂੰ ਪੁੱਛ ਰਿਹਾ ਕਿ ਲੋਕ ਇਸ ਮੁੱਦੇ ਨੂੰ ਲੈ ਕੇ, ਜੋ ਮੈਂ ਸਮਝਦਾ ਲੋਕਾਂ ਦੀ ਭਾਵਨਾਵਾਂ ਬਾਹਰ ਨਿਕਲ ਕੇ ਆ ਰਹੀਆਂ, ਈਵਨ ਆਪਾਂ ਵਿਰੋਧੀ ਪਾਰਟੀਆਂ ਦੀ ਗੱਲਾਂ ਨਾ ਕਰੀਏ, ਨਾ ਸੋਚੀਏ, ਠੀਕ ਹੈ, ਕਿਸਾਨਾਂ ਤੋਂ ਹੀ ਸਮਝ ਲਈਏ, ਉਹਨਾਂ ਨੂੰ ਵੀ ਨਾ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਵੀ ਅਸੀਂ ਆਪਣੇ ਆਪ ਨੂੰ, ਅਗਰ ਅਸੀਂ ਇਹਨਾਂ ਨੂੰ ਇੰਨਾ ਵੱਡਾ ਮੈਂਡੇਟ ਦਿੱਤਾ ਹੈ, 92 ਸੀਟਾਂ ਇਹਨਾਂ ਨੂੰ ਦਵਾਈਆਂ, ਦੇਖੋ ਦਵਾਈਆਂ ਤਾਂ ਲੋਕਾਂ ਨੇ ਹੀ ਹੈ ਤਾਂ ਲੋਕਾਂ ਦੀਆਂ ਹੀ ਦਿੱਤੀਆਂ ਹੋਈਆਂ, ਇਹਨੂੰ ਐਵੇਂ ਦਿੱਤਾ ਤਾਂ ਬੜਾ ਨਹੀਂ ਦਿੱਤਾ। ਉਹ ਜਿਹੜੀਆਂ ਸੀਟਾਂ ਉਹ ਆਪਣੇ ਆਪ ਨੂੰ ਲੁੱਟਿਆ ਮਹਿਸੂਸ ਕਰ ਰਹੇ ਆ ਵੀ ਦੇਖੋ ਵੀ ਇਹ ਜਿਹੜੇ ਲੋਕ ਹੈ, ਇਹ ਜਿਹੜੇ 5 ਬੰਦੇ ਆ, 5 ਦੇ 5 ਹੀ, ਈਵਨ ਚਾਹੇ ਪੰਜਾਬ ਦੇ ਬਹੁਤ ਵਧੀਆ ਹਰਮਨ ਪਿਆਰੇ ਜੋ ਖਿਲਾੜੀ ਭਜਨ ਸਿੰਘ ਭੱਜੀ ਵੀ, ਜਿਹਨੂੰ ਭੱਜੀ ਦਾ ਨਾਮ ਦਿੱਤਾ ਗਿਆ, ਉਹ ਵੀ ਹੋਣ ਚਾਹੇ ਕਿ ਇਹ ਮੁੱਦੇ ਜਾ ਕੇ ਰਾਜ ਸਭਾ 'ਚ ਉਠਾਣਗੇ ਪੰਜਾਬ ਦੇ ਲਈ। ਔਰ ਜਦ ਕਿ ਲੋਕਾਂ ਨੂੰ ਇਹ ਪਤਾ ਹੈ ਤੰਦੁਲਕਰ ਅੱਜ ਤੱਕ ਕਿੰਨੀ ਵਾਰੀ ਗਿਆ ਰਾਜ ਸਭਾ 'ਚ, ਔਰ ਹੈਮਾ ਮਾਲਿਨੀ ਕਿੰਨੀ ਵਾਰੀ ਗਈ, ਔਰ ਜੇ ਆਪਣਾ ਬਹਾਦਰੀ ਜਿਹੜੀ ਹੈਗੀ ਹੈ ਆਪਣਾ ਅਮਿਤਾਭ ਬੱਚਨ ਦੀ ਵਾਈਫ, ਕੀ ਨਾਮ ਉਹਨਾਂ ਦਾ, ਜਯਾ ਬੱਚਨ ਜੀ, ਉਹ ਕਿੰਨੀ ਕੁ ਵਾਰੀ ਗਏ। ਦੇਖੋ ਜਿੰਨੇ ਸੈਲੀਬ੍ਰਿਟੀ ਹੁੰਦੇ ਆ, ਇਹਨਾਂ ਨੂੰ ਉੱਥੇ ਕਿੰਨਾ ਕੁ ਮੌਕਾ ਮਿਲਿਆ, ਕਿੰਨਾ ਕੁ ਭਾਵਨਾਵਾਂ ਦੱਸੀਆਂ ਉਹਨਾਂ ਨੇ, ਆਪਣੇ ਸਟੇਟਾਂ ਵਾਸਤੇ ਗੱਲ ਕੀਤੀ ਹੋਵੇ, ਇਹ ਜਿਹੜੀ ਚੀਜ਼ ਵੀ ਜ਼ਰੂਰੀ ਹੈ। ਤੇ ਨਾਲ ਦੀ ਨਾਲ ਜਿਹੜੇ ਦਿੱਲੀ ਦੇ ਬੰਦੇ ਆ, ਜਿਵੇਂ ਆਪਾਂ ਚਾਹੇ ਉਹ ਪਾਠਕ ਸਾਹਿਬ ਹੋਣ ਤੇ ਚਾਹੇ ਉਹ ਆਪਣਾ ਚੱਡਾ ਸਾਹਿਬ ਹੈ, ਉਹ ਈਵਨ ਅੱਜ ਉਹਨਾਂ ਨੇ ਵਿਧਾਇਕ ਦਲ ਤੋਂ ਉੱਥੋਂ ਅਸਤੀਫਾ ਵੀ ਦੇ ਦਿੱਤਾ, ਪਤਾ ਚੱਲਿਆ। ਉਹ ਇਹ ਜਿਹੜੀ ਸਾਰੀ ਗੱਲ ਹੈਗੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ, ਜਿਹੜੇ ਪੰਜਾਬ ਦੇ ਲੋਕ ਹੈਗੇ ਸੀ ਉੱਥੇ ਜਾ ਕੇ ਗੱਲ ਕਰਨ ਪੰਜਾਬੀਅਤ ਦੀ, ਔਰ ਇੱਥੇ ਦੀ ਬੋਲੀ ਦੀ, ਔਰ ਇੱਥੇ ਦੀ ਜਿਹੜੀ ਕਿਸਾਨਾਂ ਦੇ ਮੁੱਦਿਆਂ ਦੇ, ਉਹ ਜਾ ਕੇ ਗੱਲ ਦੇ ਲੋਕਾਂ ਨੂੰ ਇਸ ਗੱਲ ਦਾ ਥੋੜਾ ਜਿਹਾ ਅੰਦਰ ਡਰ ਜਿਹਾ ਪੈਦਾ ਹੋ ਗਿਆ ਕਿ ਭਾਈ ਸਾਡੇ ਮੁੱਦੇ ਉੱਥੇ ਤਾਂ ਨਹੀਂ ਰੁੱਲ ਜਾਣਗੇ, ਅਸੀਂ ਇੰਨਾ ਵੱਡਾ ਇਹਨਾਂ ਨੂੰ ਮੈਂਡੇਟ ਦਿੱਤਾ, ਬਾਕੀ ਆਉਣ ਵਾਲਾ ਟਾਈਮ ਕੀ ਕਰਦਾ ਹੈ, ਊਂਟ ਕਿੱਧਰ ਕਰਵਟ ਲੈ ਕੇ ਜਾਂਦਾ, ਇਹ ਟਾਈਮ ਦੱਸੂਗਾ। ਕੁਝ ਜਿਹੜੇ ਨੇਤਾ ਹੈਗੇ ਆ ਜਿਹੜੇ ਕਿ ਆਪਣਾ ਇਹ ਕਹਿ ਲਓ ਵੀ ਜਿਨ੍ਹਾਂ ਨੂੰ ਮੰਤਰਾਲਿਆ ਨਹੀਂ ਮਿਲਿਆ, ਸੁਣਨ ਚ ਲੋਕਾਂ ਵੱਲੋਂ ਜਾਂ ਕਈ ਵਿਰੋਧੀ ਪਾਰਟੀਆਂ ਵੱਲੋਂ ਇਹ ਵੀ ਆਇਆ ਕਿ ਉਹ ਪੈਸਿਆਂ ਦੀਆਂ ਪਟਾਰੀਆਂ ਭਰ ਕੇ ਕੇਜਰੀਵਾਲ ਸਾਹਿਬ ਕੋਲ ਲੈ ਜਾ ਕੇ ਉਹਨਾਂ ਨੂੰ ਵੀ ਇਹ ਹਿੰਟ ਦੇ ਰਿਹਾ ਕਿ ਸਾਨੂੰ ਵੱਡੇ ਵੱਡੇ ਮੰਤਰਾਲਿਆ ਦੇ ਦਿੱਤੇ ਜਾਣ ਕਿ ਤੁਹਾਨੂੰ ਅਸੀਂ ਨੋਟਾਂ ਨਾਲ ਭਰ ਦਿਆਂਗੇ। ਅਸੀਂ ਬਿਨਾਂ ਅਥੈਂਟਿਕਲੀ ਕੋਈ ਗੱਲ ਨਹੀਂ ਕਰਦੇ, ਲੋਕਾਂ ਦੀ ਸੁਣੀ ਗੱਲ ਨੂੰ ਵੀ ਅਸੀਂ ਅਨਸੁਣਾ ਕਰਦੇ ਹਾਂ। ਜਿਹੜੀ ਮੇਨ ਗੱਲ ਹੈ, ਜਿੰਨੀ ਦੇਰ ਤੱਕ ਤੱਥ ਨਹੀਂ ਆਉਂਦੇ ਉਨੀ ਦੇਰ ਤੱਕ ਅਸੀਂ ਇਸ ਚੀਜ਼ ਨੂੰ ਕੋਈ ਡਾਇਰੈਕਟਲੀ ਔਰ ਇਨਡਾਇਰੈਕਟਲੀ ਅਸੀਂ ਸੱਚਾਈ ਨਹੀਂ ਮੰਨਦੇ। ਇਹ ਗੱਲ ਦੱਸਣੀ ਬੜੀ ਜ਼ਰੂਰੀ ਹੈ। ਸੋ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਨਵੀਂ ਸਰਕਾਰ ਬਣ ਗਈ ਹੈ, ਭਾਵੇਂ ਰਵਾਇਤੀ ਪਾਰਟੀਆਂ ਐਲੀਗੇਸ਼ਨ ਲਾਉਣ ਲੱਗ ਪਈਆਂ ਨੇ, ਪਰ ਲੋਕ ਸਿਆਣੇ ਆ ਕਿਉਂਕਿ ਲੋਕਾਂ ਨੇ ਫਤਵਾ ਦੇ ਦਿੱਤਾ। ਤੇ ਦੂਸਰੇ ਪਾਸੇ ਅਸੀਂ ਨਾਲ ਦੀ ਨਾਲ ਐਜ਼ ਅ ਜਰਨਲਿਸਟ ਆਮ ਆਦਮੀ ਪਾਰਟੀ ਦੀ ਚੰਗੀ ਖਬਰ ਹੋਵੇ, ਮਾੜੀ ਖਬਰ ਹੋਵੇ, ਨਾਲ ਦੀ ਨਾਲ ਦੱਸਦੇ ਰਵਾਂਗੇ। ਕਿਉਂਕਿ ਜੇਕਰ ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚੇਗੀ, ਤੁਹਾਡੀ ਆਵਾਜ਼, ਅਸੀਂ ਵੱਡੇ ਮੰਤਰੀ ਸਾਹਿਬਾਨ ਹੋਣ, ਉਹ ਪੰਜਾਬ ਦੇ CM ਹੋਣ ਜਾਂ ਉੱਚ ਵਿਭਾਗ ਦੇ ਮੰਤਰੀ ਹੋਣ, ਕੋਈ ਵੀ ਮੰਤਰੀ ਹੋਵੇ, ਅਸੀਂ ਤੁਹਾਡੀ ਆਵਾਜ਼ ਪਹੁੰਚਾਵਾਂਗੇ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਕਿਹੜੇ ਕੰਮ ਕਰੇਗੀ, ਅਸੀਂ ਪਲ ਪਲ ਦੀ ਅਪਡੇਟ ਦਿੰਦੇ ਰਵਾਂਗੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ, ਤੇ ਨਾਲ ਮੇਰੇ ਨਾਲ ਐਡੀਟਰ